ਸ਼ੰਤ ਦਾ ਅਰਥ ਹੈ ਜਸ। ਸ਼ੰਤ ਸ਼ਬਦ ਦੀ ਚਾਲਵੀ ਹੈ ਸੁਖ ਸਾਗਰ, ਸੁਖਾਂ ਦਾ ਸਾਗਰ। ਪ੍ਰਭ ਪਾਈਏ, ਪ੍ਰਭੂ ਦੀ ਪ੍ਰਾਪਤੀ ਕਰ ਲਈਦੀ ਹੈ। ਜਬ ਹੋਵੇ ਜਿਸ ਵਕਤ ਹੋ ਜਾਣ, ਭਾਗੋ ਰਾਮ ਭਾਗ। ਭਾਗੋ ਸ਼ਬਦ ਭਾਗ ਤੋਂ ਬਣਿਆ ਹੈ। ਭਾਗ ਦਾ ਅਰਥ ਕਰਮ ਹੈ। ਮਨੁੱਖ ਦੋ ਪ੍ਰਕਾਰ ਦੇ ਕਰਮ ਕਰਦਾ ਹੈ, ਇੱਕ ਕਰਮ ਮਾੜੇ ਤੇ ਦੂਜੇ ਕਰਮ ਚੰਗੇ। ਜਿਵੇਂ ਇੱਕ ਸਮੇਂ ਮਨੁੱਖ ਧਰਤੀ ਤੋਂ ਇੱਕ ਪੈਰ ਹੀ ਚੁੱਕ ਸਕਦਾ ਹੈ, ਦੂਜਾ ਪੈਰ ਨਹੀਂ ਚੱਕ ਸਕਦਾ। ਜੇ ਉਹ ਆਖੇ ਵੀ ਮੈਂ ਦੋਵੇਂ ਪੈਰ ਬਰਾਬਰ ਚੱਕਾਂ ਤੇ ਉਹ ਖੜਾ ਨਹੀਂ ਰਹੇਗਾ, ਡਿੱਗ ਪਵੇਗਾ। ਜੇ ਅਸੀਂ ਧਰਤੀ ਤੇ ਖੜੇ ਰਹਿਣਾ ਹੈ ਤੇ ਫਿਰ ਇੱਕ ਪੈਰ ਚੱਕ ਕੇ, ਇੱਕ ਪੈਰ ਦੇ ਆਸਰੇ ਉਹ ਵੀ ਕੁਝ ਸਮੇਂ ਦੇ ਲਈ ਅਸੀਂ ਖੜ ਸਕਦੇ ਹਾਂ। ਦੂਜਾ ਪੈਰ ਚੱਕਣ ਦੇ ਲਈ ਪਹਿਲਾ ਚੱਕਿਆ ਹੋਇਆ ਪੈਰ ਜਿਹੜਾ ਉਹ ਥੱਲੇ ਰੱਖਣਾ ਪਵੇਗਾ। ਇਸੇ ਤਰ੍ਹਾਂ ਕਰਮ ਮਨੁੱਖ ਇੱਕ ਸਮੇਂ ਦੇ ਵਿੱਚ ਇੱਕ ਹੀ ਕਰ ਸਕਦਾ ਹੈ, ਭਾਵੇਂ ਉਹ ਚੰਗਾ ਕਰਮ ਕਰੇ ਤੇ ਭਾਵੇਂ ਉਹ ਮਾੜਾ ਕਰਮ ਕਰੇ। ਕਰਮ ਇੱਕ ਸਮੇਂ ਦੇ ਵਿੱਚ ਇੱਕ ਹੀ ਹੋਏਗਾ, ਦੋ ਕਰਮ ਨਹੀਂ ਹੋਣਗੇ। ਕਰਮ ਭਾਗ ਬਣਦੇ ਨੇ। ਜਿਵੇਂ ਬੀਜ, ਫਸਲ ਪੱਕ ਕੇ ਬੀਜ ਹੋਇਆ ਹੈ, ਬੀਜ ਤੋਂ ਫਿਰ ਅੱਗੇ ਹੋਰ ਫਸਲ ਹੋਈ ਹੈ। ਹੁਣ ਜਿਹੜੀ ਫਸਲ ਪੱਕੀ ਹੈ, ਜਿਹੜੀ ਫਸਲ ਤੋਂ ਜਿਹੜਾ ਬੀਜ ਹੋਇਆ ਹੈ, ਉਸ ਤੋਂ ਬੀਜ ਅੱਗੇ ਹੋਣਗੇ। ਪਰ ਇਹ ਵੀ ਨਾਲ ਜ਼ਰੂਰੀ ਹੈ ਕਿ ਇੱਕ ਬੀਜ ਤੋਂ ਵੇਖੋ ਕਿੰਨੇ ਸਾਰੇ ਬੀਜ ਪੈਦਾ ਹੋ ਗਏ ਨੇ। ਇਸੇ ਤਰ੍ਹਾਂ ਹੀ ਮਾੜੇ ਇੱਕ ਕਰਮ ਤੋਂ ਅੱਗੇ ਅਨੇਕਾਂ ਮਾੜੇ ਕਰਮ ਨੇ ਜਿਹੜੇ ਉਹ ਜਾਗ ਉੱਠਦੇ ਨੇ, ਉਹ ਹੋ ਜਾਂਦੇ ਨੇ। ਤੇ ਇੱਕ ਚੰਗੇ ਕਰਮ ਤੋਂ ਅੱਗੇ ਅਨੇਕਾਂ ਹੀ ਚੰਗੇ ਕਰਮ ਨੇ ਜਿਹੜੇ ਇਹ ਹੋਈ ਜਾਂਦੇ ਨੇ। ਆਪ ਜੀ ਦੀ ਸਮਝ ਦੇ ਲਈ ਮੈਂ ਇੱਕ ਉਦਾਹਰਨ ਪੇਸ਼ ਕਰਦਾ। ਸਾਡੇ ਘਰ ਦੇ ਵਿੱਚ ਬੱਚਾ ਹੈ ਤੇ ਉਹਨੇ ਕੋਈ ਚੀਜ਼ ਜਿਹੜੀ ਉਹ ਮਾਤਾ ਪਿਤਾ ਪਰਿਵਾਰ ਤੋਂ ਚੋਰੀ ਖਾ ਲਈ ਹੈ। ਇਹ ਕਰਮ ਹੋ ਗਿਆ ਚੋਰਾਂ ਵਾਲਾ। ਹੁਣ ਜਦੋਂ ਪੁੱਛਿਆ ਵੀ ਤੂੰ ਆਹ ਚੀਜ਼ ਖਾਧੀ ਹੈ ਤੇ ਇਹ ਇੱਕ ਹੋਰ ਕਰਮ ਕਰਦਾ, ਹੁਣ ਝੂਠ ਬੋਲਦਾ, ਕਹਿੰਦਾ ਨਹੀਂ ਖਾਧੀ। ਇੱਕ ਕਰਮ ਤੋਂ, ਇੱਕ ਬੀਜ ਤੋਂ ਅੱਗੇ ਹੋਰ ਬੀਜ ਚੱਲ ਪਏ ਨੇ, ਹੋਰ ਕਰਮ ਚੱਲ ਪਏ ਨੇ। ਇਸ ਤਰ੍ਹਾਂ ਫਿਰ ਦੂਜੇ ਨੇ ਪੁੱਛਿਆ, ਫਿਰ ਕਹਿੰਦਾ ਨਹੀਂ ਖਾਧੀ। ਕਈ ਵਾਰੀ ਬੱਚੇ ਨਾ ਛੇਤੀ ਦੇ ਨਾਲ ਸਹੁੰ ਤੇ ਵੀ ਚਲੇ ਜਾਂਦੇ ਨੇ। ਇਸ ਤਰ੍ਹਾਂ ਮਨੁੱਖ ਜਦੋਂ ਚੰਗਾ ਕਰਮ ਕਰਦਾ ਹੈ ਤੇ ਚੰਗੇ ਕਰਮ ਤੋਂ ਅੱਗੇ ਚੰਗੇ ਕਰਮਾਂ ਦੀ ਲੜੀ ਚੱਲ ਪੈਂਦੀ ਹੈ। ਮਾੜੇ ਕਰਮਾਂ ਤੋਂ ਮਾੜੇ ਕਰਮਾਂ ਦੀ ਲੜੀ ਜਿਹੜੀ ਹੈ ਇਸ ਤਰ੍ਹਾਂ ਅੱਗੇ ਤੋਂ ਅੱਗੇ ਚੱਲ ਪੈਂਦੀ ਹੈ। ਚੰਗੇ ਕਰਮ ਕਰਦਿਆਂ ਕਰਦਿਆਂ ਮਾੜੇ ਕਰਮ ਨੇ ਜਿਹੜੇ ਉਹ ਦੱਬਦੇ ਜਾਂਦੇ ਨੇ। ਜਿਵੇਂ ਕੋਈ ਮਨੁੱਖ ਪਹਿਲੋਂ ਬੜਾ ਬਦਨਾਮ ਹੋਵੇ, ਸ਼ਰਾਬ ਪੀਂਦਾ ਹੋਵੇ, ਹੋਰ ਬੁਰਾਈਆਂ ਕਰਦਾ ਹੋਵੇ ਤੇ ਕਿਸੇ ਵਕਤ ਉਹਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ, ਉਹ ਗੁਰੂ ਵਾਲਾ ਹੋ ਜਾਵੇ, ਨਿਤਨੇਮੀ ਹੋ ਜਾਵੇ, ਸੇਵਾਦਾਰ ਬਣ ਜਾਵੇ ਤੇ ਹੌਲੀ ਹੌਲੀ ਫਿਰ ਨਗਰ ਦੇ ਵਿੱਚ ਉਸ ਦੀ ਵਡਿਆਈ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀਆਂ ਬੁਰਾਈਆਂ ਨੇ ਉਹ ਆਪੇ ਢਕੀਆਂ ਜਾਂਦੀਆਂ ਨੇ ਹੌਲੀ ਹੌਲੀ। ਇਸ ਤਰ੍ਹਾਂ ਚੰਗੇ ਕਰਮਾਂ ਤੋਂ ਚੰਗੀ ਲੜੀ ਚੱਲ ਪੈਂਦੀ ਹੈ। ਚੰਗੇ ਕਰਮ ਕਰਦਿਆਂ ਕਰਦਿਆਂ ਜਦੋਂ ਗੁਰੂ ਦੀ ਰਹਿਮਤ ਕਿਰਪਾ ਹੋ ਜਾਂਦੀ ਹੈ, ਚੰਗੇ ਕਰਮ ਬਹੁਤਾਈ ਦੇ ਵਿੱਚ ਹੋ ਜਾਂਦੇ ਨੇ। ਇਹ ਵੱਡੇ ਭਾਗ ਬਣ ਗਏ ਨੇ। ਜਬ ਹੋਵੇ ਭਾਗੋ ਰਾਮ। ਸੋ ਇਸ ਤੁਕ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਇਹ ਸਮਝਾਇਆ ਵੀ ਸਾਨੂੰ ਚੰਗੇ ਕਰਮਾਂ ਵਾਲੇ ਪਾਸੇ ਤੁਰ ਪੈਣਾ ਚਾਹੀਦਾ ਹੈ। ਚੰਗੇ ਕਰਮਾਂ ਵਾਲੇ ਪਾਸੇ ਤੁਰਦਿਆਂ ਤੁਰਦਿਆਂ ਆਪਣੇ ਆਪ ਹੀ ਬੁਰੇ ਕਰਮ ਨੇ ਜਿਹੜੇ ਇਹ ਹੌਲੀ ਹੌਲੀ ਖਤਮ ਹੋ ਜਾਂਦੇ ਨੇ। ਜੋ ਸੁੱਖਾਂ ਦਾ ਸਾਗਰ ਪ੍ਰਭੂ ਪਰਮਾਤਮਾ ਹੈ ਉਹਦੀ ਨਜ਼ਦੀਕੀ ਬਣਦੀ ਜਾਂਦੀ ਹੈ ਤੇ ਚੰਗੇ ਕਰਮ ਜਿਹੜੇ ਨੇ ਇਹ ਵੱਧਦੇ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਦੋ ਭਰਾ ਆਏ ਸਨ ਤੇ ਦੋਵੇਂ ਪਿੰਡ ਦੇ ਮੁਖੀ ਸਨ। ਆਣ ਕੇ ਬੇਨਤੀ ਕੀਤੀ, ਸੱਚੇ ਸਤਿਗੁਰੂ ਜੀ ਸਾਡੇ ਕੋਲੇ
पिंड दी चौधरे कोई लड़ पैंदा, कोई झगड़ पैंदा, किसी का परिवारिक, किसी का समाजिक, किसी का जमीन नूं लैके होर अनेक कारणों के नाल झगड़े आउंदे रहिंदे ने ते सानूं फिर झूठ बड़े बोलने पैंदे ने। की करिए? गुरु नानक अर्जन देव जी ने आख्या सब तो पहला तो तुहाडे नगर दे विच तुसीं धर्मशाल बनाओ, उपरंत एक रजिस्टर लै लेना है ते सवेर तो लैके शाम तक दे सारे अवगण ने जिहड़ी बुराइयां ने झूठ ने वो लिखते रहने ते फिर शाम नूं जदों संगत होवे उहदे विच बोल के दसना है ते इत्थे आण के महीने बाद भी संगत नूं दसना है। हुण जदों पहले दिन शुरुआत की ते शाम नूं संगत होई, संगत दे विच जदों बोल के दसन लगे ते बड़ी शर्म आई। अगले दिन फिर बड़ा संकोच दे नाल, क्योंकि सुभाਅ नूं बदलना बड़ा औखा है, बड़ा संकोच दे नाल कंट्रोल करदियां करदियां फिर भी औगण हो गए, गुनाह हो गए, फिर लिखे गए, फिर संगत दे विच बोले, पर पहले दिन नालों घट गए। इस तरह हौली हौली अगले दिन होर घट गए, उस तो अगले दिन होर घट गए, इस तरह हौली हौली घटते जाते ने ते साडा भी कर्म बनता है आपां संगत दे विच आण के अपने गुनाह नूं, अपने कसूर नूं कबूल करिए। सो मैं भी अपना एक कसूर कबूल करां। गुरबाणी सानूं सहज दे नाल पढ़नी चाहिए है, टकाऊ दे नाल, आराम दे नाल पढ़नी चाहिए है। ये विचारा मैं आप जी दे नाल हमेशा साझियां करता रहना, पर कई बारी सिचुएशन इस तरह की बन जाती है कि समय जिहड़ा वो तो वेखो हुण वध नहीं सकता। सो दास नूं भी इस तरह की एक गुनाह गलती कल करनी पई, पाठ थोड़ा जल्दी दे नाल पढ़ना पिया, ये भी एक गुनाह है। गुरु बख्शना रे बख्श लेगा, क्योंकि ये साडे अंदर की भावना नूं जानदा है। बाहरों असीं किस तरह दे हां इहदे नाल कोई मतलब नहीं, अंदरों साडा ख्याल की है, अंदरों साडी भावना की है, ये गुरु महाराज जी सच्चे सतगुर जानते ने। सुख सागर प्रभ पाइए जब होवे भागो राम, भाग बनाने पैंदे ने, कर्म बनाने पैंदे ने। कर्म बनाने के लिए सानू बुराइयां छड्डणियां पैणगियां, चंगे कर्म ने जिहड़े उन्हां नाल जुड़ना पैना है ते फिर उत्तम भाग हो जाते ने। जब होवे भागो राम, जदों इस तरह चंगे कर्म करदियां करदियां भाग जिहड़े उत्तम हो जाणगे, चंगे हो जाणगे, भागां वाले हो जावांगे ते सुख सागर प्रभ पाइए, फिर उस प्रभु परमात्मा की प्राप्ति हो जाती है जी। मानन मानव न्यायीऐ, हर चरनी लागो राम। मान का अर्थ हुंदा है एक हंकार भी कर लेंदे ने। मान का अर्थ हंकार का सूक्ष्म हिस्सा है। जिवें मेरे ते ला लो, मैनू बड़ा मान है, मैं 1 घंटे दे विच 50 अंग जिहड़े ना बोल के सुना के कर सकदा, इतनी स्पीड है गुरु की रहमत नाल। ये मान हो गया है, ये मान हो गया है। मानन मान बजाइए, गुरु महाराज जी रहमत करते हैं इस तरह का जिहड़ा मान है ना, ये दूर करिए। मानन का अर्थ हुंदा मान करन वाला, मानन मान करन वालिया, मान बजाइए, मान नूं दूर करना कर। हुण मान भाई किसी प्रकार का भी हो सकता है, ये कोई एक प्रकार का मान थोड़ी है। विद्या का भी मान हो सकता है, मैं बड़ा पढ़िया लिखिया। धन दौलत का भी मान हो सकता है, मेरे को बड़ी धन दौलत है। सेवा का भी मान हो सकता है, मैं बड़ा बड़ा सेवादार हाँ। मान का त्याग करके भी मान हो जाता है, भी मैं मान का त्याग किया है, इत्थों बचांगे। मानन मान बजाइए, गुरु महाराज जी रहमत करते ने, हे मान करन वाले, मान नूं दूर कर बजाइए। ये मुल्तान की बोली है, ये जिन्नियां ज़्यादा बोलते हैं। जिवें माझे वाले डड्डा ज़्यादा बोलते ने, मालवे वाले जिहड़े ने ये भब्बा ज़्यादा बोलते ने। बिंदियां ज़्यादियां मालवे की बोली दे विच लाइयां जांदियां ने। मानन मान बजाइए,
ਹਰ ਚਰਨੀ ਲਾਗੋ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮਾਣ ਕਰਨ ਵਾਲੇ ਆ, ਪਹਿਲੂ ਆਪਣਾ ਮਾਣ ਜਿਹੜਾ ਇਹ ਦੂਰ ਕਰ, ਫਿਰ ਹਰੀ ਪਰਮਾਤਮਾ ਦੇ ਚਰਨਾਂ ਦੇ ਨਾਲ ਲੱਗਣਾ ਕਰ। ਹਰ ਚਰਨੀ ਲਾਗੋ ਰਾਮ, ਇਹ ਗੁਰੂ ਸਵਾਰਿਆ, ਗੁਰੂ ਦੇ ਚਰਨਾਂ ਦੇ ਨਾਲ ਲੱਗਣਾ ਕਰ, ਹਰੀ ਦੇ ਚਰਨਾਂ ਦੇ ਨਾਲ ਲੱਗਣਾ ਕਰ, ਤੇ ਆਪਣੇ ਅੰਦਰ ਦਾ ਜਿਹੜਾ ਮਾਣ ਹੈ ਇਹਨੂੰ ਦੂਰ ਕਰਨਾ ਕਰ। ਸੋਢ ਸਿਆਣਪ ਚਾਤਰੀ ਧਰਮਤ ਬੁੱਧ ਤਿਆਗੋ ਰਾਮ। ਛੋੜ ਦਾ ਅਰਥ ਹੈ ਛੱਡਣਾ ਕਰ, ਸਿਆਣਪ ਚਾਤਰੀ। ਅਸੀਂ ਸਿਆਣਪ ਦੇ ਨਾਲ ਨਾ ਚਲਾਕੀਆਂ ਕਰਦੇ ਹਾਂ, ਚਲਾਕੀ ਆਪੇ ਨਹੀਂ ਹੁੰਦੀ, ਚਲਾਕੀ ਜਿਹੜੀ ਇਹ ਸਿਆਣਪ ਦੇ ਨਾਲ ਹੁੰਦੀ ਹੈ। ਜਿਹੜਾ ਮੁੱਖ ਜਿਤਨਾ ਜ਼ਿਆਦਾ ਸਿਆਣਾ ਹੋਏਗਾ ਤੇ ਉਹ ਆਪਣੀ ਸਿਆਣਪ ਨੂੰ ਕਿਸੇ ਨਾ ਕਿਸੇ ਪਾਸੇ ਜ਼ਰੂਰ ਵਰਤੇਗਾ। ਉਹ ਆਪਣੀ ਸਿਆਣਪ ਨੂੰ ਜੇ ਭਲਾਈ ਵਾਲੇ ਪਾਸੇ ਵਰਤੇਗਾ ਤੇ ਫਿਰ ਉਹਦੇ ਵਰਗਾ ਭਲਾ ਕੋਈ ਨਹੀਂ। ਜੇ ਉਹ ਆਪਣੀ ਸਿਆਣਪ ਨੂੰ ਚਲਾਕੀਆਂ ਕਰਨ ਵਾਲੇ ਪਾਸੇ ਵਰਤੇਗਾ ਤੇ ਫਿਰ ਉਹਦੇ ਵਰਗਾ ਚਾਤਰ ਕੋਈ ਨਹੀਂ। ਜੇ ਉਸ ਸਿਆਣਪ ਨੂੰ ਉਹ ਧਨ ਦੌਲਤ ਕਮਾਉਣ ਵਾਲੇ ਪਾਸੇ ਵਰਤੇਗਾ ਤੇ ਫਿਰ ਉਹਦੇ ਵਰਗਾ ਅਮੀਰ ਕੋਈ ਨਹੀਂ। ਧੰਨ ਗੁਰੂ ਜੀ ਨੇ ਰਹਿਮਤ ਕੀਤਾ, ਸੱਚੇ ਸਤਿਗੁਰ ਨੇ ਤੈਨੂੰ ਸਿਆਣਪ ਦਿੱਤੀ ਹੈ, ਤੂੰ ਸਿਆਣਪ ਦੇ ਨਾਲ ਸਿਆਣਾ ਸੇਵਾਦਾਰ ਬਣ। ਤੂੰ ਸਿਆਣਪ ਦੇ ਨਾਲ ਧੰਨ ਗੁਰੂ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਿਆ ਕਰ। ਚਾਤਰੀ, ਇਹ ਸਿਆਣਪ ਦੇ ਨਾਲ ਤੂੰ ਚਲਾਕੀਆਂ ਨਾ ਕਰਨੀਆਂ ਕਰ। ਦੁਰਮਤ ਬੁੱਧ ਤਿਆਗੋ ਰਾਮ, ਦੁਰਮਤ ਖੋਟੀ ਮਤ। ਦੁਰ ਦਾ ਅਰਥ ਹੁੰਦਾ ਲੁਕਾ ਕੇ ਰੱਖਣਾ, ਮਤ ਜੋ ਸਾਡੀ ਮਤ ਹੈ ਨਾ, ਇਹਦੇ ਨਾਲ ਕੀਤੇ ਹੋਏ ਜੋ ਮਾੜੇ ਕੰਮ ਨੂੰ ਅਸੀਂ ਲੁਕਾ ਕੇ ਰੱਖ ਲੈਂਦੇ ਹਾਂ ਤੇ ਉਹਨੂੰ ਦੁਰਮਤ ਆਖਿਆ ਜਾਂਦਾ ਹੈ। ਦੁਰਮਤ ਬੁੱਧ ਜੋ ਖੋਟੀ ਮਤ ਦੇ ਨਾਲ, ਖੋਟੀ ਬੁੱਧੀ ਦੇ ਨਾਲ ਕੀਤੇ ਹੋਏ ਕੁਕਰਮ ਨੇ, ਉਹਨਾਂ ਨੂੰ ਲੁਕਾ ਕੇ ਜੋ ਰੱਖਣਾ ਹੈ ਦੁਰਮਤ ਹੈ। ਬੁੱਧ ਇਹ ਸਾਡੇ ਅੰਦਰ ਸਟੋਰ ਹੈ, ਬਾਹਰੀ ਗਿਆਨ ਨੂੰ ਇਕੱਤਰਤ ਜੋ ਕੀਤਾ ਹੋਇਆ ਹੈ। ਤਿਆਗੋ ਰਾਮ, ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇਹ ਸਾਰਾ ਕੁਝ ਜਿਹੜਾ ਹੈ ਇਹਨੂੰ ਭਾਈ ਛੱਡਣਾ ਕਰ। ਨਾਨਕ ਪਉ ਸਰਨਾਈ ਰਾਮ ਰਾਏ, ਥਿਰ ਹੋਏ ਸੁਹਾਗੋ ਰਾਮ। ਧੰਨ ਗੁਰੂ ਜੀ ਨੇ ਰਹਿਮਤ ਕੀਤੀ ਹੈ, ਮਾਨਣ ਮਾਣਿਕ ਤਾਂ ਮਾਨ ਛੱਡਣਾ ਕਰ। ਇੱਕ ਸਿਆਣਪ ਦੇ ਨਾਲ ਜੋ ਚਲਾਕੀਆਂ ਨੇ ਇਹਨਾਂ ਨੂੰ ਛੱਡਣੀਆਂ ਕਰ। ਖੋਟੀ ਮੱਤ ਨੂੰ ਬੁੱਧ ਨੂੰ ਛੱਡਣਾ ਕਰ, ਤਿਆਗਣਾ ਕਰ। ਸੱਚੇ ਸਤਿਗੁਰ ਦੀ ਸ਼ਰਨ ਦੇ ਵਿੱਚ ਪੈਣਾ ਪਓ। ਨਾਨਕ ਪਉ ਸਰਨਾਈ, ਉਸ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈਣਾ ਕਰ। ਰਾਮ ਰਾਏ, ਉਹ ਰਮਿਆ ਹੋਇਆ ਸਾਰਿਆਂ ਦਾ ਰਾਜਾ ਹੈ। ਥਿਰ ਹੋਏ ਸੁਹਾਗੋ ਰਾਮ, ਥਿਰ ਦਾ ਅਰਥ ਹੈ ਟਿਕਾਊ ਵਾਲਾ, ਸੁਹਾਗੋ ਦਾ ਅਰਥ ਹੈ ਪ੍ਰਾਪਤੀ ਵਾਲਾ। ਉਸ ਪ੍ਰਭੂ ਦੀ ਪ੍ਰਾਪਤੀ ਵਾਲਾ ਤੂੰ ਹੋ ਜਾਵੇਂਗਾ ਜੀ। ਸੋ ਪ੍ਰਭ ਤਜ ਕਤ ਲਾਗੀਐ, ਜਿਤ ਬਿਨ ਮਰ ਜਾਈਐ ਰਾਮ। ਪਹਿਲੀ ਤੁਕ ਦੇ ਵਿੱਚ ਧੰਨ ਗੁਰੂ ਮਹਾਰਾਜ ਜੀ ਨੇ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਦੱਸਿਆ ਕਿ ਜੇ ਗੁਰਸਿੱਖੀ ਜੀਵਨ ਦੇ ਵਿੱਚ ਜਿਉਣਾ ਹੈ ਨਾ, ਸਿੱਖੀ ਸਿੱਖਿਆ ਗੁਰ ਵਿਚਾਰ। ਸਿੱਖੀ ਕੀ ਹੈ? ਸਿੱਖਿਆ ਪ੍ਰਾਪਤ ਕਰਨੀ। ਤੇ ਸਿੱਖਿਆ ਕਾਹਦੀ ਪ੍ਰਾਪਤ ਕਰਨੀ? ਗੁਰ ਵਿਚਾਰ, ਗੁਰੂ ਦੀਆਂ ਵਿਚਾਰਾਂ ਦੀ। ਗੁਰੂ ਦੀਆਂ ਵਿਚਾਰਾਂ ਦੀ ਸਿੱਖਿਆ ਨੂੰ ਜਿਹਨੇ ਸਿੱਖ ਲਿਆ ਤੇ ਉਹ ਸਿੱਖ ਹੈ। ਹੁਣ ਗੁਰੂ ਅਰਜਨ ਦੇਵ ਜੀ ਨੇ ਪਹਿਲੀ ਤੁਕ ਦੇ ਵਿੱਚ ਸਾਨੂੰ ਵਿਚਾਰਾਂ ਦਿੱਤੀਆਂ ਨੇ ਸਿੱਖੀ ਦੇ ਵਿੱਚ, ਸਿੱਖਣ ਵਾਲੀਆਂ, ਗੁਰਸਿੱਖੀ ਜੀਵਨ ਬਤੀਤ ਕਰਨ ਵਾਲੀਆਂ। ਤੇ ਦੂਸਰੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਸਾਨੂੰ ਪ੍ਰੇਰਦੇ ਨੇ ਵੀ ਜਿਵੇਂ ਸਮੁੰਦਰ ਭਰਿਆ ਹੋਵੇ ਜਲ ਦਾ ਤੇ ਉਹਦੇ ਵਿੱਚ ਬੇੜਾ ਠੱਲਿਆ ਹੋਵੇ। ਜਿਹੜੇ ਪੁਰਾਣੇ ਬੇੜੇ ਹੁੰਦੇ ਸਨ, ਇਹਨਾਂ ਦੇ ਵਿੱਚ ਇੱਕ ਬਹੁਤ ਉੱਚਾ ਵਾਂਸ ਲਾਇਆ ਜਾਂਦਾ ਸੀ ਬੜਾ ਮਜ਼ਬੂਤੀ ਨਾਲ, ਤੇ ਉਸ ਵਾਂਸ ਦੇ ਨਾਲ ਨਾ ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕ ਕੱਪੜਾ ਇੱਕ ਕੰਨੀ ਤੋਂ ਬੰਨ੍ਹਿਆ ਜਾਂਦਾ ਸੀ। ਇਸ ਦੀ ਜਿਹੜੀ ਦੂਜੀ ਕੰਨੀ ਸੀ ਉਹ ਹਵਾ ਦੇ ਰੁੱਖ ਦੇ ਅਨੁਸਾਰ ਖਿਲਾਰੀ ਜਾਂਦੀ। ਫਿਰ ਹਵਾ ਜ਼ੋਰ ਦੇ ਨਾਲ ਜਦੋਂ ਚੱਲਦੀ, ਇਸ ਕੱਪੜੇ ਦੇ ਉੱਤੇ ਆਣ ਕੇ ਹਵਾ ਦੀ ਦਾਬ ਬਣਦੀ ਤੇ ਇਹ ਬੇੜਾ ਜਿਹੜਾ ਸਮੁੰਦਰ ਦੇ ਵਿੱਚ ਸੀ ਇਹ ਢਿੱਲ ਪੈਂਦਾ, ਰੁੜ ਪੈਂਦਾ, ਤੁਰਿਆ ਜਾਂਦਾ। ਤੇ ਜਦੋਂ ਪਾਰ ਹੋਣ ਵਾਲੇ ਸਮੁੰਦਰ ਤੋਂ ਦੂਜੇ ਪਾਸੇ ਜਾਣ ਵਾਲੇ ਇਹ ਵੇਖਦੇ ਵੀ ਹਵਾ ਦਾ ਰੁੱਖ ਬਦਲ ਗਿਆ, ਸਾਡਾ ਬੇੜਾ ਜਿਹੜਾ ਗਲਤ ਦਿਸ਼ਾ ਵਿੱਚ ਜਾ ਰਿਹਾ ਹੈ। ਫਿਰ ਉਹੀ ਕੱਪੜਾ ਸੀ ਜਿਹੜਾ
ਉਹ ਬਾਂਸ ਦੇ ਉੱਤੇ ਲਪੇਟ ਦਿਆ ਕਰਦੇ ਤੇ ਜਿਹੜੇ ਚੱਪੂ ਹੁੰਦੇ ਸਨ ਉਹਨਾਂ ਦੇ ਨਾਲ ਫਿਰ ਆਪਣੇ ਬੇੜੇ ਨੂੰ ਅੱਗੇ ਤੋਰਨ ਲੱਗ ਜਾਂਦੇ। ਮੇਰੇ ਖਿਆਲ ਗੱਲ ਸਮਝ ਵਿੱਚ ਆ ਗਈ ਹੋਣੀ ਹੈ, ਮੈਂ ਇੱਕ ਵਾਰੀ ਜ਼ਰੂਰ ਦੱਸਾਂਗਾ। ਸਮੁੰਦਰ ਦਾ ਸਫ਼ਰ ਬੜਾ ਲੰਮਾ ਹੁੰਦਾ ਸੀ ਤੇ ਸਾਰਾ ਸਫ਼ਰ ਜਿਹੜਾ ਇਹ ਚੱਪੂ ਮਾਰ ਮਾਰ ਕੇ ਪਾਰ ਕਰਨਾ ਬੜਾ ਮੁਸ਼ਕਲ ਜਿਹਾ ਹੋ ਜਾਂਦਾ ਸੀ। ਵਿਸ਼ਰਾਮ ਵੀ ਕਰਨਾ ਹੁੰਦਾ, ਜਗ੍ਹਾ ਵੀ ਥੋੜ੍ਹੀ ਹੁੰਦੀ ਤੇ ਫਿਰ ਇੱਕ ਇੰਤਜ਼ਾਮ ਬਣਾਇਆ ਹੁੰਦਾ ਸੀ। ਇਸ ਬੇੜੇ ਦੇ ਇੱਕ ਸਿਰੇ ਤੇ ਬਾਂਸ ਬੰਨ੍ਹਿਆ ਹੁੰਦਾ। ਆਪ ਜੀ ਨੇ ਪੁਰਾਣੀਆਂ ਫੋਟੋਆਂ ਦੇ ਵਿੱਚ ਸ਼ਾਇਦ ਵੇਖਿਆ ਹੋਵੇ। ਉਹਦੇ ਨਾਲ ਥੱਲੇ ਤੋਂ ਲੈ ਕੇ ਉੱਪਰ ਤੱਕ ਇੱਕ ਬੜਾ ਮਜ਼ਬੂਤ ਕੱਪੜਾ ਸੀ ਜਿਹੜਾ ਉਹ ਸਿਉਂਤਾ ਜਾਂਦਾ ਬਾਂਸ ਦੇ ਉੱਤੇ। ਇਸ ਦੇ ਦੂਜੇ ਪਾਸੇ ਦੀ ਜਿਹੜੀ ਕੰਨੀ ਸੀ ਉਹਨੂੰ ਕਿਸੇ ਰੱਸੀ ਦੇ ਨਾਲ ਇਸ ਤਰ੍ਹਾਂ ਦੇ ਢੰਗ ਦੇ ਨਾਲ ਫੈਲਾਰਿਆ ਜਾਂਦਾ ਕਿ ਜਦੋਂ ਹਵਾ ਜ਼ੋਰ ਦੇ ਨਾਲ ਚੱਲਦੀ ਉਸ ਦੀ ਦਾਬ ਇਸ ਬਾਂਸ ਦੇ ਨਾਲ ਬੰਨੇ ਕੱਪੜੇ ਦੇ ਉੱਤੇ ਪੈ ਜਾਂਦੀ। ਇਹ ਕੱਪੜਾ ਸੀ ਜਿਹੜਾ ਫਿਰ ਇਸ ਬੇੜੇ ਨੂੰ ਅੱਗੇ ਹਵਾ ਦੇ ਬਲ ਦੇ ਨਾਲ ਧੱਕ ਕੇ ਲੈ ਕੇ ਜਾਣ ਦੇ ਵਿੱਚ ਕੰਮ ਕਰਦਾ। ਫਿਰ ਚੱਪੂ ਨਹੀਂ ਸੀ ਮਾਰਨੇ ਪੈਂਦੇ, ਮੌਜ ਨਾਲ ਬੈਠੇ ਰਹਿੰਦੇ ਤੇ ਹਵਾ ਧੱਕੀ ਜਾਂਦੀ। ਹਵਾ ਤਕਰੀਬਨ ਪੂਰਬ ਤੇ ਪੱਛਮ ਦੀ ਚੱਲਦੀ ਏ, ਦੱਖਣ ਪਹਾੜ ਦੀ ਕਦੇ ਕਦੇ ਚੱਲਦੀ। ਜੇ ਕਿਤੇ ਹਵਾ ਦਾ ਰੁਖ ਬਦਲ ਜਾਂਦਾ, ਬੇੜਾ ਗਲਤ ਦਿਸ਼ਾ ਦੇ ਵਾਲੇ ਪਾਸੇ ਜਾਣ ਲੱਗ ਜਾਂਦਾ, ਫਿਰ ਇਸ ਕੱਪੜੇ ਨੂੰ ਨਾ ਇਕੱਠਿਆਂ ਕਰਕੇ ਉਸ ਬਾਂਸ ਦੇ ਉੱਤੇ ਲਪੇਟਿਆ ਜਾਂਦਾ ਵੀ ਹੁਣ ਇਹ ਕੰਮ ਨਹੀਂ ਕਰਦਾ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਇੱਥੇ ਸਾਨੂੰ ਦੱਸਦੇ ਨੇ, ਹੁਣ ਉਹ ਜਿਹੜਾ ਬਾਂਸ ਉੱਚਾ ਹੁੰਦਾ ਉਹਦੇ ਤੇ ਕਈ ਵਾਰੀ ਨਾ ਕਾਂ ਬੈਠ ਜਾਂਦਾ ਤੇ ਕਾਂ ਜਿਵੇਂ ਜਿਵੇਂ ਬੇੜਾ ਅੱਗੇ ਜਾਈ ਜਾਂਦਾ ਕਾਂ ਵੀ ਉਹਦੇ ਉੱਤੇ ਬੈਠਾ ਹੋਇਆ ਸਮੁੰਦਰ ਦੇ ਵਿੱਚ ਵਿਚਾਲੇ ਚਲਾ ਜਾਂਦਾ। ਜਦੋਂ ਕਿਤੇ ਹਵਾ ਦਾ ਰੁਖ ਹੁੰਦਾ ਬਦਲਦਾ ਤੇ ਕੱਪੜਾ ਇਕੱਠਾ ਕੀਤਾ ਜਾਂਦਾ ਤੇ ਕਾਂ ਨੂੰ ਖਤਰਾ ਹੁੰਦਾ ਵੀ ਇਹਨੂੰ ਛੇੜਨ ਲੱਗੇ ਨੇ, ਸ਼ਾਇਦ ਮੈਨੂੰ ਪਕੜਦੇ ਨੇ। ਇਹ ਫਿਰ ਉਡਾਰੀ ਮਾਰਦਾ। ਜਦੋਂ ਉਡਾਰੀ ਮਾਰਦਾ ਇਹ ਇੱਧਰ ਉੱਧਰ ਵੇਖਦਾ, ਇਹਨੂੰ ਕਿਸੇ ਪਾਸੇ ਵੀ ਕੰਢਾ ਦਿਖਾਈ ਨਾ ਦਿੰਦਾ, ਚਾਰੇ ਪਾਸੇ ਪਾਣੀ ਹੀ ਪਾਣੀ ਦਿਸਦਾ ਤੇ ਬਾਅਦ ਦੇ ਵਿੱਚ ਉੱਡ ਕੇ ਆਣ ਕੇ ਉਸੇ ਬਾਂਸ ਦੇ ਉੱਤੇ ਬਹਿ ਜਾਂਦਾ। ਕਹਿਣ ਤੋਂ ਭਾਵ ਵੀ ਇਹਨੂੰ ਹੁਣ ਕੋਈ ਆਸਰਾ ਹੀ ਨਹੀਂ, ਸਾਰੇ ਪਾਸੇ ਜਲ ਥਲ ਹੈ, ਪਾਣੀ ਪਾਣੀ ਹੈ, ਸਮੁੰਦਰ ਦਾ ਵਿਸਥਾਰ ਬੜਾ ਵੱਡਾ ਹੈ ਤੇ ਇਹ ਜਾਵੇ ਤਾਂ ਜਾਵੇ ਕਿੱਥੇ। ਜਿਤਨਾ ਕੋ ਸਮਾਂ ਉੱਡਿਆ ਜਾਂਦਾ ਸੀ ਉਤਨਾ ਕੋ ਸਮਾਂ ਉੱਡ ਲਿਆ ਤੇ ਦੁਬਾਰਾ ਫਿਰ ਆਣ ਕੇ ਉਸ ਬਾਂਸ ਦੇ ਉੱਤੇ ਮਜਬੂਰ ਹੋ ਕੇ ਬਹਿ ਜਾਂਦਾ। ਸੋ ਪ੍ਰਭ ਤਜ ਕਤ ਲਾਗੀਏ, ਜਿਵੇਂ ਇਹ ਕਾਂ ਉਸ ਬਾਂਸ ਨੂੰ ਛੱਡ ਕੇ ਤੇ ਦੱਸੋ ਜਾਵੇ ਕਿੱਧਰ, ਉਸੇ ਤਰ੍ਹਾਂ ਪ੍ਰਭੂ ਪਰਮਾਤਮਾ ਨੂੰ ਅਸੀਂ ਛੱਡ ਕੇ ਤੇ ਕਿੱਧਰ ਜਾਈਏ। ਸੋ ਪ੍ਰਭ ਤਜ ਕਤ ਲਾਗੀਏ, ਕਿਹਦੇ ਕੋਲ ਜਾਈਏ, ਕਿੱਥੇ ਜਾਈਏ। ਜਿਸ ਬਿਨ ਮਰ ਜਾਈਏ ਰਾਮ। ਹੁਣ ਕਾਂਏ ਜਿਹੜਾ ਜੇ ਇਹ ਬਾਂਸ ਦੇ ਉੱਤੇ ਨਹੀਂ ਬੈਠੇਗਾ ਤੇ ਇਹ ਕੋ ਹੰਸਤਾ ਹੈ ਨਹੀਂ ਵੀ 4000 ਯੋਜਨ ਦੀ ਉਡਾਰੀ ਮਾਰ ਲੇਗਾ। ਇਹ ਤਾਂ ਕਾਂਏ ਥੋੜ੍ਹੇ ਸਮੇਂ ਬਾਅਦ ਥੱਕ ਜਾਏਗਾ, ਡਿੱਗ ਜਾਏਗਾ, ਪਾਣੀ 'ਚ ਡੁੱਬ ਕੇ ਮਰ ਜਾਏਗਾ। ਜਿਸ ਬਿਨ ਮਰ ਜਾਈਏ ਰਾਮ, ਜਿਸ ਪ੍ਰਭੂ ਪਰਮਾਤਮਾ ਤੋਂ ਬਿਨਾਂ ਸਾਡਾ ਜੀਵਨ ਹੈ ਜਿਹੜਾ ਇਹ ਮਰ ਜਾਂਦਾ ਹੈ, ਸਾਡੀ ਅਧਿਆਤਮਿਕ ਮੌਤ ਹੋ ਜਾਂਦੀ ਹੈ। ਮੌਤ 5 ਪ੍ਰਕਾਰ ਦੀ ਹੈ, ਦਾਸ ਨੇ ਪਹਿਲੋਂ 1-2 ਵਾਰੀ ਦੱਸੀ ਹੋਈ ਹੈ। ਅਧਿਆਤਮਿਕ ਮੌਤ ਅੰਦਰੋਂ ਬੰਦਗੀ ਸਿਮਰਨ ਵਾਲੀ ਅਵਸਥਾ ਬਿਲਕੁਲ ਹੀ ਖਤਮ ਹੋ ਜਾਣੀ। ਅੰਦਰ ਦੀ ਧਾਰਮਿਕ ਅਵਸਥਾ ਜਿਹੜੀ ਇਹਦਾ ਨਸ਼ਟ ਭ੍ਰਸ਼ਟ ਹੋ ਜਾਣਾ। ਸੋ ਪ੍ਰਭ ਤਜ ਕਤ ਲਾਗੀਏ, ਉਸ ਵਾਹਿਗੁਰੂ ਸੱਚੇ ਸਤਿਗੁਰ ਨੂੰ ਛੱਡ ਕੇ ਦੱਸੋ ਕਿਹਦੇ ਉੱਤੇ ਜਾ ਕੇ ਅਸੀਂ ਬੈਠੀਏ, ਕਿਹਨੂੰ ਜਾ ਕੇ ਲੱਗੀਏ, ਕਿਹਦਾ ਆਸਰਾ ਲਈਏ ਜਿਸ ਦੇ ਨਾਲ ਸਾਡੀ ਅਧਿਆਤਮਿਕ ਅਵਸਥਾ ਜਿਹੜੀ ਉਹ ਬਣੀ ਰਵੇ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਨਹੀਂ ਬਣੀ ਰਹੇਗੀ। ਜਿਸ ਬਿਨ ਮਰ ਜਾਈਏ ਰਾਮ, ਕਿਉਂਕਿ ਇਹ ਅਧਿਆਤਮਿਕ ਅਵਸਥਾ ਉਸ ਪ੍ਰਭੂ ਪਰਮਾਤਮਾ ਦੀ ਰਹਿਮਤ ਕਿਰਪਾ ਦੇ ਨਾਲ ਹੀ ਬਣਦੀ ਏ, ਉਸ ਤੋਂ ਬਿਨਾਂ ਅਧਿਆਤਮਿਕ ਮੌਤ ਹੋ ਜਾਂਦੀ ਹੈ ਜੀ। ਲਾਜ ਨਾ ਆਵੈ ਅਗਿਆਨ ਮਤੀ, ਦੁਰਜਨ ਬਿਰਮਾਈਐ ਰਾਮ। ਇਹ ਸੰਸਾਰ ਜਿਹੜਾ ਇੱਥੇ ਇੱਜ਼ਤ ਵਾਲਿਆਂ ਦਾ ਤੇ ਲਾਜ ਵਾਲਿਆਂ ਦਾ ਵੀ ਕੋਈ ਅੰਤ ਨਹੀਂ ਤੇ ਜਿਹੜੇ ਬੇਸ਼ਰਮੀ ਵਾਲੇ ਨੇ ਉਹਨਾਂ ਦਾ ਵੀ ਕੋਈ ਅੰਤ ਨਹੀਂ। ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਲਾਜ ਨਾ ਆਵੇ ਅਗਿਆਨ ਮਤੀ। ਮਤੀ ਦਾ ਇੱਥੇ ਅਰਥ ਮਤ ਹੈ, ਅਗਿਆਨ ਅਗਿਆਨਤਾ ਵਾਲੀ ਮਤ, ਤੇ ਲਾਜ ਦਾ ਅਰਥ ਹੈ ਇੱਜ਼ਤ। ਲਾਜ ਨਾ ਆਵੇ ਅਗਿਆਨ ਮਤੀ,
ਜਿਨ੍ਹਾਂ ਦੀ ਮਤ ਅਗਿਆਨਤਾ ਵਾਲੀ ਹੈ, ਉਹਨਾਂ ਦੇ ਅੰਦਰੋਂ ਜ਼ਮੀਰ ਦਾ ਜਿਹੜਾ ਇੰਨਾ ਮਰਨਾ ਹੋ ਗਿਆ ਹੈ, ਉਹਨਾਂ ਨੂੰ ਸ਼ਰਮ ਨਹੀਂ ਆਏਗੀ। ਲਾਜ ਨਾ ਆਵੇ ਅਗਿਆਨਮਤੀ, ਅਗਿਆਨ ਦੀ ਮਤ ਵਾਲੇ ਜਿਹੜੇ ਨੇ ਉਹ ਅੰਦਰੋਂ ਜ਼ਮੀਰ ਨੂੰ ਮਾਰ ਬੈਠੇ ਨੇ, ਉਹਨਾਂ ਨੂੰ ਸ਼ਰਮ ਨਹੀਂ ਆਵੇਗੀ। ਦੁਰਜਨ ਬਿਰਮਾਈਏ ਰਾਮ, ਉਹ ਫਿਰ ਕੀ ਕਰਦੇ ਨੇ? ਦੁਰਜਨ, ਦੁਰਜਨ ਜਨ ਦਾ ਅਰਥ ਹੁੰਦਾ ਜਾਨ, ਆਪਾਂ ਸਾਰੇ ਹੀ ਜਾਣਾ। ਤੇ ਦੁਰ ਜਿਹਦੇ ਨਾਲ ਸ਼ਬਦ ਲੱਗ ਜੇ ਉਹ ਬੁਰਾ ਹੁੰਦਾ ਹੈ। ਜਿਵੇਂ ਦੁਰ ਮਤ, ਮਤ ਦੇ ਨਾਲ ਦੁਰ ਲੱਗ ਗਿਆ ਤੇ ਬੁਰੀ ਹੋ ਗਈ ਏ, ਮਤ ਦੇ ਨਾਲ ਗੁਰ ਲੱਗ ਗਿਆ ਤੇ ਚੰਗੀ ਹੋ ਗਈ ਏ। ਦੁਰਜਨ ਜਿਹੜੇ ਖੋਟੇ ਮਨੁੱਖ ਨੇ ਨਾ, ਬਰਮਾਈਏ ਰਾਮ, ਉਹ ਫਿਰ ਉਹਨਾਂ ਦੇ ਕੋਲ ਜਾਣ ਲੱਗ ਜਾਂਦੇ ਨੇ। ਲਾਜ ਨਾ ਆਵੇ ਅਗਿਆਨਮਤੀ, ਜਿਨ੍ਹਾਂ ਦੇ ਅੰਦਰ ਅਗਿਆਨਤਾ ਵਾਲੀ ਮਤ ਹੈ, ਉਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ। ਦੁਰਜਨ ਬਿਰਮਾਈਏ ਰਾਮ, ਉਹ ਜਾ ਕੇ ਫਿਰ ਦੁਰਜਨ ਜਿਹੜੇ ਨੇ ਉਹਨਾਂ ਦੀ ਵਡਿਆਈ, ਉਹਨਾਂ ਨੂੰ ਬਰਮਾਉਣ, ਉਹਨਾਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿੰਦੇ ਹਨ ਜੀ। ਪਤਿਤ ਪਾਵਨ ਪ੍ਰਭ ਤਿਆਗ ਕਰੇ, ਕਹੋ ਕਤ ਠਹਿਰਾਈਐ ਰਾਮ। ਪਤਿਤ ਦਾ ਅਰਥ ਹੁੰਦਾ ਹੈ ਪਾਪੀ, ਤੇ ਪਾਵਨ ਦਾ ਅਰਥ ਹੁੰਦਾ ਹੈ ਪਵਿੱਤਰ। ਪ੍ਰਭੂ ਪਰਮਾਤਮਾ ਦੇ ਵਿੱਚ ਇਹ ਸਭ ਤੋਂ ਵੱਡੀ ਵਡਿਆਈ ਹੈ, ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਤਿਤ ਪਾਵਨ, ਪਤਿਤ ਪਾਵਨ ਪ੍ਰਭ ਤਿਆਗ ਕਰੇ। ਜਿਹੜਾ ਹੁਣ ਦੁਰਜਨ ਦੇ ਕੋਲ ਜਾਏਗਾ ਉਹ ਪਰਮਾਤਮਾ ਦੇ ਨਾਲ ਥੋੜ੍ਹੀ ਜੁੜੇਗਾ, ਕਿਉਂਕਿ ਕਰਮ ਤਾਂ ਇੱਕ ਸਮੇਂ ਇੱਕ ਹੀ ਹੁੰਦਾ ਹੈ ਤੇ ਲੱਗਿਆ ਵੀ ਇੱਕ ਸਮੇਂ ਇੱਕ ਪਾਸੇ ਜਾਂਦਾ ਹੈ। ਜਿਸ ਵਕਤ ਕ੍ਰਿਸ਼ਨ ਭਗਵਾਨ ਨੇ ਬਿੰਦਰਾਵਨ ਨੂੰ ਤਿਆਗ ਦਿੱਤਾ ਸੀ ਤੇ ਆਣ ਕੇ ਆਪਣੇ ਨਾਨੇ ਨੂੰ ਰਾਜ ਦਵਾ ਕੇ ਤੇ ਉੱਥੇ ਰਹਿਣ ਲੱਗ ਗਿਆ ਸੀ, ਇਹਨੇ ਮਾਧੋ ਜੀ ਨੂੰ ਭੇਜਿਆ, ਚਾਚਾ ਸੀ ਇਹਨਾਂ ਦਾ, ਕਹਿੰਦਾ ਜਾ ਗੋਪੀਆਂ ਨੂੰ ਕਹੋ ਹੁਣ ਨਾ ਸਰਗੁਣ ਨੂੰ ਛੱਡ ਕੇ ਤੇ ਨਿਰਗੁਣ ਸਰੂਪ ਦੀ ਉਪਾਸਨਾ ਕਰਿਆ ਕਰਨ। ਤੇ ਗੋਪੀਆਂ ਨੂੰ ਜਾ ਕੇ ਜਦੋਂ ਆਖਿਆ, ਉਦੋਂ ਜੀ ਨੇ ਤੇ ਗੋਪੀਆਂ ਨੇ ਬੜਾ ਸੋਹਣਾ ਜਵਾਬ ਦਿੱਤਾ ਸੀ। ਸਾਰੀਆਂ ਇਕੱਤਰਤ ਹੋ ਗਈਆਂ ਵੀ ਕ੍ਰਿਸ਼ਨ ਭਗਵਾਨ ਦੇ ਕੋਲੋਂ ਆਇਆ ਹੈ, ਚਲੋ ਜਾ ਕੇ ਇਹਦੇ ਦਰਸ਼ਨ ਕਰਦੇ ਹਾਂ, ਖੈਰ ਸੁੱਖ ਪੁੱਛਦੇ ਹਾਂ। ਤੇ ਜਦੋਂ ਇਹਨੇ ਆਖਿਆ ਵੀ ਕ੍ਰਿਸ਼ਨ ਭਗਵਾਨ ਨੇ ਆਖਿਆ ਹੁਣ ਤੁਸੀਂ ਨਿਰਗੁਣ ਦੀ ਉਪਾਸਨਾ ਕਰੋ, ਸਰਗੁਣ ਦੀ ਨਾ ਕਰੋ, ਤੇ ਇਹਨਾਂ ਨੇ ਬੜਾ ਸੋਹਣਾ ਜਵਾਬ ਦਿੱਤਾ। ਇਹ ਕਹਿੰਦੀਆਂ ਫਿਰ ਕ੍ਰਿਸ਼ਨ ਭਗਵਾਨ ਨੂੰ ਇਹ ਆਖਦੇ ਵੀ ਸਾਨੂੰ ਇੱਕ ਮਨ ਹੈ ਨਾ ਜਿਹੜਾ ਉਹ ਹੋਰ ਦੇ ਦੇ। ਇੱਕ ਮਨ ਦੇ ਨਾਲ ਤਾਂ ਅਸੀਂ ਸਰਗੁਣ ਦੇ ਨਾਲ ਜੁੜ ਗਈਆਂ, ਤੇ ਹੁਣ ਸਰਗੁਣ ਦੀ ਹੀ ਉਪਾਸਨਾ ਇਹ ਮਨ ਕਰੇਗਾ। ਇਹ ਮਨ ਮੁੜ ਕੇ ਨਿਰਗੁਣ ਦੀ ਉਪਾਸਨਾ ਨਹੀਂ ਕਰੇਗਾ, ਇਹ ਸਰਗੁਣ ਦੇ ਨਾਲ ਹੀ ਜੁੜੇਗਾ। ਜੇ ਉਹ ਚਾਹੁੰਦਾ ਹੈ ਅਸੀਂ ਉਹਦੇ ਹੁਕਮ ਦੇ ਤਾਬੇਦਾਰ ਹਾਂ, ਮੰਨਦੇ ਹਾਂ। ਜੇ ਉਹ ਚਾਹੁੰਦਾ ਵੀ ਅਸੀਂ ਨਿਰਗੁਣ ਦੀ ਉਪਾਸਨਾ ਕਰੀਏ ਤੇ ਕ੍ਰਿਸ਼ਨ ਭਗਵਾਨ ਨੂੰ ਕਹੋ ਸਾਡੇ ਅੰਦਰ ਇੱਕ ਮਨ ਹੋਰ ਬਣ ਜਾਵੇ। ਪਤਿਤ ਪਾਵਨ ਪ੍ਰਭ ਤਿਆਗ ਕਰੇ, ਉਹ ਪ੍ਰਭੂ ਪਰਮਾਤਮਾ ਜਿਹੜਾ ਉਹ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਤੇ ਪਾਪੀ ਜਿਹੜਾ ਹੈ ਇਹ ਮਨ ਕਰਕੇ ਹੁੰਦਾ, ਸਰੀਰ ਕਰਕੇ ਕੋਈ ਪਾਪੀ ਨਹੀਂ, ਸਰੀਰ ਕਰਕੇ ਕੋਈ ਗੁਨਾਹਗਾਰ ਨਹੀਂ। ਮਨ ਕਰਕੇ ਪਾਪ ਹੁੰਦੇ ਨੇ, ਸਰੀਰ ਕਰਕੇ ਅਪਰਾਧ ਹੁੰਦੇ ਨੇ। ਮਨ ਮਨੁੱਖ ਦੇ ਕੋਲ ਇੱਕ ਹੀ ਹੈ, ਉਸ ਇੱਕ ਮਨ ਦੇ ਨਾਲ ਭਾਵੇਂ ਉਹ ਪਾਪੀ ਬਣ ਜਾਵੇ ਤੇ ਭਾਵੇਂ ਉਹ ਭਗਤ ਬਣ ਜਾਵੇ। ਮਨ ਹੀ ਮਨ ਸੋ ਕਹੇ ਕਬੀਰਾ, ਮਨ ਸਾਹ ਮਿਲਾ ਨਾ ਕੋਏ। ਭਗਤ ਕਬੀਰ ਜੀ ਕਹਿੰਦੇ ਨੇ ਸਾਰੀ ਖੇਡ ਹੀ ਇਸ ਮਨ ਦੀ ਹੈ, ਸਰੀਰ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਹੁਣ ਸਾਡੇ ਮਨ ਨੇ ਜਿਹੜੇ ਇਹ ਪਾਪੀ ਨੇ, ਜਦੋਂ ਇਹ ਪ੍ਰਭੂ ਪਰਮਾਤਮਾ ਵਾਲੇ ਪਾਸੇ ਤੁਰ ਪੈਂਦੇ ਨੇ ਤੇ ਉਹ ਪਰਮਾਤਮਾ ਫਿਰ ਇਹ ਪਾਪੀ ਮਨ ਨੂੰ ਪਵਿੱਤਰ ਕਰ ਦਿੰਦਾ ਹੈ। ਇਸ ਕਰਕੇ ਪ੍ਰਭੂ ਪਰਮਾਤਮਾ ਨੂੰ ਪਤਿਤ ਪਾਵਨ ਆਖਿਆ ਜਾਂਦਾ ਹੈ। ਪਤਿਤ ਪਾਵਨ ਪ੍ਰਭ ਤਿਆਗ ਕਰੇ। ਤੇ ਜਿਹੜਾ ਦੁਰਜਨ ਹੈ, ਦੁਰਜਨ ਬਰਮਾਈਏ ਰਾਮ, ਜਿੰਦੀ ਗੱਲ ਪਿਛਲੀ ਤੁਕ ਦੇ ਵਿੱਚ ਗੁਰੂ ਜੀ ਨੇ ਕੀਤੀ ਸੀ, ਲਾਜ ਨਾ ਆਵੇ ਅਗਿਆਨਮਤੀ, ਦੁਰਜਨ ਬਰਮਾਈਏ ਰਾਮ, ਉਹਦੇ ਬਾਬਤ ਗੁਰੂ ਮਹਾਰਾਜ ਜੀ ਅੱਗੇ ਹੋਰ ਦੱਸਦੇ ਨੇ, ਪਤਿਤ ਪਾਵਨ ਪ੍ਰਭ ਤਿਆਗ ਕਰੇ। ਉਹ ਵਾਹਿਗੁਰੂ ਨੂੰ ਛੱਡ ਦਿੰਦਾ ਹੈ। ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਜੋ ਪਰਮਾਤਮਾ ਵਾਹਿਗੁਰੂ ਹੈ ਉਸ ਨੂੰ ਛੱਡ ਕੇ ਕੋ ਕਤ ਠਹਿਰਾਈਏ ਰਾਮ। ਤੇ ਮਨ ਜਿਹੜਾ ਇਹ ਫਿਰ ਕਿਹਦੇ ਆਸਰੇ ਰੋਕਣਾ ਕਰੀਏ, ਇਹ ਮਨ ਕਿਹਦੇ ਆਸਰੇ ਰੋਕੇਗਾ? ਜਾਂ
ਅੰਦਰ ਦੀ ਅਵਸਥਾ ਜਿਹੜੀ ਉਹ ਕਿਹਦੇ ਆਸਰੇ ਰੋਕਣੀ ਕਰੀਏ, ਜਾਂ ਇਸ ਤਰ੍ਹਾਂ ਵੀ ਸਮਝ ਲਓ ਵੀ ਅੱਗੇ ਫਿਰ ਕਿਹੜਾ ਆਸਰਾ ਬਣੇਗਾ। ਠਹਿਰਾਈਏ ਦਾ ਅਰਥ ਹੁੰਦਾ ਠਹਿਰਾਓ ਆਸਰਾ, ਆਸਰੇ ਦੇ ਨਾਲ ਰੁਕਿਆ ਜਾਂਦਾ ਹੈ, ਬਿਨਾਂ ਆਸਰੇ ਤੋਂ ਰੁਕਿਆ ਨਹੀਂ ਜਾਂਦਾ। ਜੇ ਕੋਈ ਆਸਰਾ ਮਿਲ ਜਾਵੇ ਤੇ ਫਿਰ ਰੁਕਣਾ ਜਿਹੜਾ ਹੈ ਨਾ, ਟਿਕਾਓ ਦੇ ਵਿੱਚ ਜਿਹੜਾ ਆਉਣਾ ਹੈ, ਇਹ ਬੜਾ ਸੌਖਾ ਹੈ। ਪਤਿਤ ਪਾਵਨ ਪ੍ਰਭ ਤਿਆਗ ਕਰੇ, ਵਾਹਿਗੁਰੂ ਨੂੰ ਛੱਡ ਕੇ ਜੋ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਕਉ ਕਤ ਠਹਿਰਾਈਏ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਦੱਸੋ ਕਿੱਥੇ ਜਾ ਕੇ ਇਸ ਮਨ ਨੂੰ ਰੋਕਣਾ ਕਰੀਏ ਜੀ। ਨਾਨਕ ਭਗਤ ਭਾਉ ਕਰ ਦਿਆਲ ਕੀ, ਜੀਵਨ ਪਦ ਪਾਈਐ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਭਗਤ ਭਾਉ ਡਰ ਵਾਲੀ ਭਗਤੀ, ਭੈ ਵਾਲੀ ਭਗਤੀ, ਭਾਉ ਤੋਂ ਭਾਵਨਾ ਤੇ ਭਾਵਨਾ ਤੋਂ ਅੱਗੇ ਪ੍ਰੇਮ ਬਣਦਾ ਹੈ। ਚੀਜ਼ ਇੱਕ ਹੀ ਹੈ, ਬਸ ਇਹਦੀਆਂ ਅਵਸਥਾ ਬਦਲਣ ਕਰਕੇ ਤੇ ਨਾਮ ਨੇ ਜਿਹੜੇ ਉਹ ਬਦਲ ਜਾਂਦੇ ਨੇ। ਜਿਵੇਂ ਹੁੰਦਾ ਤਾਂ ਲੋਹਾ ਹੈ, ਉਹਦੀ ਘਾੜਤ ਨੂੰ ਵੇਖ ਕੇ ਤੇ ਫਿਰ ਉਹਨੂੰ ਢਾਲ ਵੀ ਆਖਿਆ ਜਾਂਦਾ ਹੈ, ਉਹਨੂੰ ਸ੍ਰੀ ਸਾਹਿਬ ਵੀ ਆਖਿਆ ਜਾਂਦਾ ਹੈ, ਉਹਨੂੰ ਖੰਡਾ ਵੀ ਆਖਿਆ ਜਾਂਦਾ ਹੈ, ਉਹਨੂੰ ਕਿਰਪਾਨ ਵੀ ਆਖਿਆ ਜਾਂਦਾ ਹੈ, ਉਹਨੂੰ ਤੇਗਾ ਵੀ ਆਖਿਆ ਜਾਂਦਾ। ਹੁਣ ਹੈ ਤਾਂ ਲੋਹਾ ਹੀ ਨਾ, ਜਿਸ ਤਰ੍ਹਾਂ ਦੀ ਉਹਦੀ ਢਾਲ ਬਣ ਗਈ ਏ ਉਸ ਤਰ੍ਹਾਂ ਦਾ ਫਿਰ ਉਹਨੂੰ ਨਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਿਵੇਂ ਜਿਵੇਂ ਹੈ ਮਾਣੀ, ਮਨ ਦੀ ਜਦੋਂ ਅਵਸਥਾ ਬਦਲ ਜਾਂਦੀ ਹੈ, ਜਿਵੇਂ ਜਿਵੇਂ ਮਨ ਦੀ ਅਵਸਥਾ ਬਦਲਦੀ ਜਾਂਦੀ ਹੈ, ਉਵੇਂ ਉਵੇਂ ਫਿਰ ਇਸ ਦੇ ਨਾਮ ਨੇ ਜਿਹੜੇ ਉਹ ਬਦਲਦੇ ਜਾਂਦੇ ਨੇ। ਨਾਨਕ ਭਗਤ ਭਾਉ ਕਰ ਦਿਆਲ ਕੀ, ਹੇ ਗੁਰੂ ਸਵਾਰਿਆ, ਇਹ ਪਹਿਲੀ ਪੌੜੀ ਏ, ਉਸ ਰੱਬ ਦਾ ਡਰ ਕਰ। ਭਾਉ ਦਾ ਅਰਥ ਡਰ ਏ, ਉਸ ਦਾ ਡਰ ਕਰ ਤੇ ਉਸ ਦੀ ਭਗਤੀ ਕਰ। ਬਿਨਾਂ ਡਰ ਤੋਂ ਭਗਤੀ ਨਹੀਂ ਹੁੰਦੀ, ਬਿਨਾਂ ਡਰ ਤੋਂ ਧਿਆਨ ਹੀ ਨਹੀਂ ਟਿਕਦਾ। ਆਪ ਸਾਰਿਆਂ ਨੇ ਕੋਈ ਨਾ ਕੋਈ ਮਸ਼ੀਨਰੀ ਹੈ ਜਿਹੜੀ ਇਹ ਚਲਾਉਣੀ ਸਿੱਖੀ ਹੋਏਗੀ। ਜਦੋਂ ਪਹਿਲੀ ਵਾਰ ਸਕੂਟਰ, ਮੋਟਰਸਾਈਕਲ ਜਾਂ ਕਾਰ ਆਪਾਂ ਚਲਾਉਂਦੇ ਹਾਂ ਨਾ, ਸਾਡੇ ਅੰਦਰ ਬੜਾ ਵੱਡਾ ਡਰ ਹੁੰਦਾ ਹੈ ਤੇ ਉਸ ਡਰ ਦੇ ਨਾਲ ਸਾਡਾ ਧਿਆਨ ਹੈ ਨਾ ਜਿਹੜਾ, ਬੜੀ ਇਕਾਗਰ ਬਿਰਤੀ ਹੁੰਦੀ ਹੈ। ਜਿਹੜਾ ਕੋਲ ਬੈਠਾ ਹੁੰਦਾ ਹੈ ਨਾ, ਮਨ ਇਹ ਕਰਦਾ ਵੀ ਇਹ ਬੋਲੇ ਵੀ ਨਾ, ਕਿਤੇ ਹੱਥ ਉੱਕ ਨਾ ਜਾਵੇ। ਤੇ ਜਿਵੇਂ ਜਿਵੇਂ ਉਹਦਾ ਅੱਗੇ ਗਿਆਨ ਪ੍ਰਾਪਤ ਹੁੰਦਾ ਜਾਂਦਾ ਹੈ, ਉਵੇਂ ਉਵੇਂ ਫਿਰ ਡਰ ਜਿਹੜਾ ਉਹ ਦੂਰ ਹੁੰਦਾ ਜਾਂਦਾ ਹੈ। ਡਰ ਦੂਰ ਹੋ ਗਿਆ ਤੇ ਧਿਆਨ ਵੀ ਉੱਕਦਾ ਜਾਂਦਾ ਹੈ। ਧਿਆਨ ਹੈ ਜਿਹੜਾ ਫਿਰ ਉੱਥੇ ਨਹੀਂ ਟਿਕਾਓ ਦੇ ਵਿੱਚ ਰਹਿੰਦਾ। ਫਿਰ ਡੈਕ ਵੀ ਚੱਲ ਪੈਂਦੇ ਨੇ, ਹੱਥ ਛੱਡ ਕੇ ਵੀ ਚਲਾਉਣ ਲੱਗ ਜੀਦਾ ਹੈ, ਸਪੀਡ ਵੀ ਬੜੀ ਬਣਾ ਲਈ ਦੀ ਹੈ, ਸਾਰਾ ਕੁਝ ਹੀ ਹੋ ਜਾਂਦਾ ਹੈ। ਡਰ ਦੇ ਨਾਲ ਧਿਆਨ ਟਿਕਦਾ ਹੈ। ਨਾਨਕ ਭਗਤ ਭਾਉ ਕਰ ਦਿਆਲ ਕੀ, ਉਸ ਵਾਹਿਗੁਰੂ ਦਾ ਡਰ। ਪਰ ਇਹ ਜਿਹੜਾ ਪਰਮਾਤਮਾ ਦਾ ਡਰ ਹੈ ਨਾ, ਜਿਹਦੇ ਅੰਦਰ ਇੱਕ ਵਾਰੀ ਹੋ ਗਿਆ ਤੇ ਧਿਆਨ ਇਸ ਪਾਸੇ ਲੱਗ ਗਿਆ, ਫਿਰ ਉਹਨੂੰ ਜਿਵੇਂ ਮਸ਼ੀਨਰੀ ਚਲਾਉਣ ਵਾਲੇ ਦੇ ਅੰਦਰ ਲਾਪਰਵਾਹੀ ਆ ਜਾਂਦੀ ਹੈ, ਇਹਦੇ ਅੰਦਰ ਲਾਪਰਵਾਹੀ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਇਹ ਗਿਆਨ ਹੀ ਇਤਨਾ ਵਿਸਥਾਰ ਵਾਲਾ ਹੈ ਕਿ ਜਿਵੇਂ ਜਿਵੇਂ ਅੱਗੇ ਜਾਈਦਾ ਹੈ ਨਾ, ਉਵੇਂ ਉਵੇਂ ਅੱਗੇ ਹੋਰ ਗਿਆਨ ਦੇ ਜਿਹੜੇ ਕਾਇਦੇ ਨੇ, ਪੰਨੇ ਨੇ, ਉਹ ਖੁੱਲ੍ਹਦੇ ਜਾਂਦੇ ਨੇ। ਇਸ ਕਰਕੇ ਤੁਹਾਨੂੰ ਗੈਰ ਗੰਭੀਰ ਆਖਿਆ। ਗੈਰ ਦਾ ਅਰਥ ਹੁੰਦਾ ਡੂੰਘਾ ਤੇ ਗੰਭੀਰ ਦਾ ਅਰਥ ਹੁੰਦਾ ਖਜ਼ਾਨਾ। ਉਸ ਦੇ ਗਿਆਨ ਦਾ ਖਜ਼ਾਨਾ ਬੜਾ ਡੂੰਘਾ ਜੇ। ਜਿਵੇਂ ਖੂਹ ਦੀ ਡੂੰਘਾਈ ਦੇ ਵਿੱਚ ਜਾਵਾਂਗੇ ਤੇ ਜਿਵੇਂ ਜਿਵੇਂ ਅਸੀਂ ਨੀਵੇਂ ਜਾਂਦੇ ਜਾਵਾਂਗੇ, ਉਵੇਂ ਉਵੇਂ ਡਰ ਵੱਧਦਾ ਜਾਏਗਾ। ਜੰਗਲ ਦੀ ਡੂੰਘਾਈ ਦੇ ਵਿੱਚ ਜਾਵਾਂਗੇ, ਜਿਵੇਂ ਜਿਵੇਂ ਜ਼ਿਆਦਾ ਸੰਘਣੇ ਜੰਗਲ ਦੇ ਵਿੱਚ ਦੂਰ ਨਿਕਲਦੇ ਜਾਵਾਂਗੇ, ਡਰ ਵੱਧਦਾ ਜਾਏਗਾ। ਇਹ ਗਿਆਨ ਦਾ ਜਿਹੜਾ ਖਜ਼ਾਨਾ ਹੈ, ਇਹਦੇ ਵਿੱਚ ਜਿਵੇਂ ਜਿਵੇਂ ਮਨੁੱਖ ਡੂੰਘਾ ਹੁੰਦਾ ਜਾਂਦਾ ਹੈ ਨਾ, ਉਵੇਂ ਉਵੇਂ ਇਹਦਾ ਗਿਆਨ ਵੱਧਦਾ ਜਾਂਦਾ ਹੈ ਤੇ ਇਹਦਾ ਭੈ ਹੈ ਨਾ ਜਿਹੜਾ, ਉਹ ਦੂਰ ਹੁੰਦਾ ਜਾਂਦਾ ਹੈ। ਇੱਧਰ ਡਰ ਨਹੀਂ ਲੱਗਦਾ, ਫਿਰ ਇੱਧਰ ਭਉ ਨਹੀਂ ਲੱਗਦਾ। ਇਹ ਗਿਆਨ ਵੱਧਦਾ ਜਾਂਦਾ ਹੈ। ਜਿਵੇਂ ਜਿਵੇਂ ਅੱਗੇ ਗਿਆਨ ਵੱਧਦਾ ਜਾਂਦਾ ਹੈ, ਉਵੇਂ ਉਵੇਂ ਧਿਆਨ ਜਿਹੜਾ ਹੈ ਨਾ, ਉਹ ਟਿਕਦਾ ਜਾਂਦਾ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਨਾਨਕ ਭਗਤ ਭਾਉ ਕਰ ਦਿਆਲ ਕੀ, ਉਸ ਦਿਆਲੂ ਕਿਰਪਾਲੂ ਦੀ ਭੈਤਾ ਵਾਲੀ ਭਗਤੀ ਹੈ ਨਾ ਜਿਹੜੀ, ਉਹ ਕਰਨਾ ਕਰ। ਕਿਉਂਕਿ ਭੈ ਤੋਂ ਭਾਵਨਾ ਤੇ ਭਾਵਨਾ ਤੋਂ ਪ੍ਰੇਮ ਬਣ ਜਾਂਦਾ ਹੈ। ਜੀਵਨ ਪਦ ਪਾਈਏ ਰਾਮ, ਇਸ ਦੇ ਨਾਲ ਜਿਹੜੀ ਜੀਵਨ ਪਦਵੀ ਹੈ ਉਸ ਦੀ ਪ੍ਰਾਪਤੀ ਹੋ ਜਾਂਦੀ। ਹੁਣ ਜੀਵਨ ਪਦਵੀ ਕੀ ਹੈ? ਜੀਵਨ ਪਦਵੀ ਇਹ ਹੈ ਕਿ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜਿਉਣਾ ਆ ਜਾਵੇ, ਗੁਰ ਮਰਿਆਦਾ ਦੇ ਅਨੁਸਾਰ ਗੁਰਸਿੱਖੀ ਜੀਵਨ ਜਿਹੜਾ ਇਹ ਜਿਉਣਾ ਆ ਜਾਵੇ।
ਤੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਦਾ ਪਿਆਰ ਪ੍ਰਾਪਤ ਹੋ ਜਾਵੇ। ਇਹ ਜੀਵਨ ਪਦਵੀ ਦੀ ਪ੍ਰਾਪਤੀ ਹੋ ਜਾਂਦੀ ਹੈ। ਜੀਵਨ ਪਦ ਪਾਈਏ ਰਾਮ, ਤੇ ਨਹੀਂ ਤਾਂ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਗੱਲ ਹੈ ਜਿਹੜੀ ਉਹ ਬਣ ਜਾਂਦੀ ਹੈ ਜੀ। ਸ਼੍ਰੀ ਗੋਪਾਲ ਨ ਉਚਰੈ ਬਲ ਗਈਏ ਦੋਹ ਚਾਰਨ ਰਸਨਾ ਰਾਮ। ਹੁਣ ਧੰਨ ਗੁਰੂ ਮਹਾਰਾਜ ਜੀ ਤੀਸਰੀ ਪੌੜੀ ਦੇ ਵਿੱਚ ਸਾਨੂੰ ਦੱਸਦੇ ਨੇ, ਜਿਸ ਨੇ ਕਦੀ ਵਾਹਿਗੁਰੂ ਨਹੀਂ ਆਖਿਆ ਉਹਦੀ ਜ਼ਬਾਨ ਹੈ ਜਿਹੜੀ ਉਹ ਸੜ ਜਾਣੀ ਚਾਹੀਦੀ। ਦੋਹ ਚਾਰਨ ਦਾ ਅਰਥ ਹੁੰਦਾ ਹੈ ਦੁਰਾਚਾਰ ਕਰਨ ਵਾਲੀ। ਇਸ ਜ਼ਬਾਨ ਦੇ ਨਾਲ ਅਸੀਂ ਬਹੁਤ ਕੁਝ ਕਰਦੇ ਹਾਂ, ਬੜੇ ਦੁਰਾਚਾਰ ਕਰਦੇ ਹਾਂ। ਕਿਸੇ ਦੀ ਨਿੰਦਿਆ ਕਰ ਦਿੱਤੀ, ਕਿਸੇ ਦੀ ਹੋਰ ਕਿਸੇ ਤਰ੍ਹਾਂ ਦੀ ਨਖੇਦੀ ਬਰਿਆਈ ਕਰ ਦਿੱਤੀ। ਜੋ ਮਰਜ਼ੀ ਕਰ ਲਓ, ਇਹ ਸਾਡੀ ਆਪਣੀ ਹੈ ਤੇ ਆਪਣੀ ਚੀਜ਼ ਨਾਲ ਮਨੁੱਖ ਜੋ ਮਰਜ਼ੀ ਕਰੇ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਵਾਹਿਗੁਰੂ ਤਾਂ ਕਦੀ ਆਖਿਆ ਹੀ ਨਹੀਂ, ਪਰ ਇਸ ਜ਼ਬਾਨ ਦੇ ਨਾਲ ਦੁਰਾਚਾਰ ਬੜੇ ਕੀਤੇ ਨੇ ਤੇ ਇਹ ਜ਼ਬਾਨ ਹੈ ਜਿਹੜੀ ਸੜ ਜਾਣੀ ਚਾਹੀਦੀ ਹੈ ਜੀ। ਪ੍ਰਭ ਭਗਤ ਵਸਲ ਨਹਿ ਸੇਵਹੀ ਕਾਇਆ ਕਾ ਕਕ ਰਸਨਾ ਰਾਮ। ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਨਹੀਂ ਕੀਤੀ, ਜੋ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਉਹਦੀ ਸੇਵਾ ਨਹੀਂ ਕੀਤੀ, ਉਹਦੀ ਕਾਇਆ ਨੂੰ ਫਿਰ ਕਾਕ ਕਹਿੰਦੇ ਨੇ। ਕਾਂ ਨੂੰ ਗ੍ਰਸਨਾ ਰਾਮ। ਕਾਕ ਹੁਣ ਕਾਲਾ ਹੈ ਤੇ ਇਹਦੇ ਤੋਂ ਕਾਲਾ ਸਮਾਂ ਮੌਤ ਵਾਲਾ ਜਿਹੜਾ ਜਾਂ ਜਮਾ ਵਾਲਾ ਇਹ ਗਿਣਿਆ ਜਾਏਗਾ। ਗ੍ਰਸਨਾ ਰਾਮ, ਗ੍ਰਸਨਾ ਦਾ ਅਰਥ ਹੁੰਦਾ ਬੁਰਕੀ। ਜਿਵੇਂ ਅਸੀਂ ਰੋਟੀ ਦੀ ਇੱਕ ਗਰਾਸ ਬਣਾ ਕੇ ਮੂੰਹ 'ਚ ਪਾ ਲੈਂਦੇ ਹਾਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਮੌਤ ਦਾ ਮੂੰਹ ਐਡਾ ਵੱਡਾ ਹੈ ਕਿ ਉਸ ਨੇ ਤੇਰੇ ਸਾਰੇ ਸਰੀਰ ਨੂੰ ਇੱਕ ਬੁਰਕੀ ਬਣਾ ਕੇ ਅੰਦਰ ਲੈ ਜਾਣਾ ਹੈ, ਕਿਉਂਕਿ ਤੂੰ ਭਗਤਾਂ ਦੀ ਰੱਖਿਆ ਕਰਨ ਵਾਲਾ ਪ੍ਰਭੂ ਪਰਮਾਤਮਾ ਉਹਦੀ ਸੇਵਾ ਨਹੀਂ ਕੀਤੀ ਹੈ ਜੀ। ਭ੍ਰਮ ਮੋਹੀ ਦੁਖ ਨ ਜਾਣਹੀ ਕੋਟ ਜੂਨੀ ਬਸਨਾ ਰਾਮ। ਭਰਮ ਦਾ ਅਰਥ ਭਰਮ ਦੇ ਵਿੱਚ ਭੁਲੇਖੇ ਦੇ ਵਿੱਚ ਪੈ ਜਾਣਾ। ਤੇ ਇਹ ਭਰਮ ਭੁਲੇਖਾ ਕੀ ਹੁੰਦਾ ਹੈ? ਇੱਕ ਪ੍ਰਕਾਰ ਦਾ ਪਰਦਾ ਹੈ, ਜਿਸ ਕਰਕੇ ਮਨੁੱਖ ਨੂੰ ਸੱਚਾਈ ਦਾ ਨਹੀਂ ਪਤਾ ਲੱਗਦਾ, ਗੱਲ ਦੀ ਸਮਝ ਨਹੀਂ ਆਉਂਦੀ ਉਹਨੂੰ। ਇਹਨੂੰ ਭਰਮ ਆਖਿਆ। ਜੋ ਹੋਵੇ ਉਸ ਦੇ ਉਲਟ ਅਨੁਭਵ ਹੋਵੇ, ਉਸ ਦੇ ਉਲਟ ਦਿਸੇ, ਉਹਨੂੰ ਭਰਮ ਆਖਿਆ ਜਾਂਦਾ ਹੈ। ਇਸ ਦੇ ਲਈ ਗੁਰਬਾਣੀ ਦੇ ਅੰਦਰ ਵੀ ਦ੍ਰਿਸ਼ਟਾਂਤ ਦਿੱਤੇ ਹੋਏ ਨੇ ਗੁਰੂ ਮਹਾਰਾਜ ਜੀ ਨੇ। ਜਿਵੇਂ ਰੱਸੀ ਏ, ਰੱਸੀ ਥੋੜ੍ਹੇ ਹਨੇਰੇ ਦੇ ਵਿੱਚ, ਥੋੜ੍ਹੇ ਚਾਨਣ ਦੇ ਵਿੱਚ ਸੱਪ ਦੀ ਸ਼ਕਲ ਬਣ ਜਾਂਦੀ ਹੈ। ਇਸ ਤਰ੍ਹਾਂ ਭਰਮ ਪੈ ਜਾਂਦਾ ਵੀ ਸ਼ਾਇਦ ਸੱਪ ਹੀ ਪਿਆ ਏ। ਤੇ ਰਾਤਰੀ ਦੇ ਸਮੇਂ ਜਦੋਂ ਅਸੀਂ ਤੁਰੇ ਜਾਂਦੇ ਹਾਂ, ਜੇ ਕੋਈ ਝਾੜੀ ਹੋਵੇ ਤਾਂ ਐਂ ਲੱਗਦਾ ਕੋਈ ਬੰਦਾ ਖੜਾ ਹੈ ਅੱਗੇ ਸੜਕ 'ਤੇ। ਅਸੀਂ ਜਾ ਰਹੇ ਹਾਂ ਤੇ ਅੱਗੇ ਕੋਈ ਖੜਾ, ਇਸ ਤਰ੍ਹਾਂ ਮਹਿਸੂਸ ਹੁੰਦਾ ਹੈ। ਇਹ ਹੁਣ ਵੇਖੋ ਹੈ ਝਾੜੀ ਤੇ ਦਿਸਦਾ ਮਨੁੱਖ ਹੈ, ਚੋਰ ਹੈ, ਜਾਂ ਕੋਈ ਰਾਹ ਜਾਂਦਿਆਂ ਨੂੰ ਲੁੱਟਣ ਵਾਲਾ ਹੈ। ਇਹ ਭਰਮ ਪੈ ਗਿਆ ਨਾ, ਹੈ ਕੁਝ ਹੋਰ ਤੇ ਦਿਸਦਾ ਕੁਝ ਹੋਰ ਹੈ। ਭਰਮ ਮੋਹੀ ਦੁੱਖ, ਭਰਮ ਦੇ ਤੇ ਮੋਹ ਦੇ ਵਿੱਚ ਦੁੱਖ ਨਾ ਜਾਣਹੀ। ਇਸ ਦੇ ਦੁੱਖ ਨੂੰ ਨਹੀਂ ਜਾਣਦੀ। ਕਿਹੜੇ ਦੁੱਖ ਨੂੰ? ਅਸੀਂ ਸਫ਼ਰ ਕਰ ਰਹੇ ਹਾਂ ਤੇ ਰਸਤੇ ਦੇ ਵਿੱਚ ਹੀ ਖੜ ਗਏ ਹਾਂ, ਜਾ ਰਹੇ ਸੀ, ਅੱਗੋਂ ਭਰਮ ਖੜਾ ਹੋ ਗਿਆ, ਝਾੜੀ ਹੈ, ਝਾੜੀ ਤੇ ਅਸੀਂ ਉੱਥੇ ਆਪਣਾ ਸਫ਼ਰ ਰੋਕ ਲਿਆ ਵੀ ਕੋਈ ਖੜਾ ਹੈ, ਹੁਣ ਰੁਕ ਤਾਂ ਗਏ ਹਾਂ ਨਾ। ਇਸੇ ਤਰ੍ਹਾਂ ਬੰਦਗੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਅਸੀਂ ਤੁਰ ਰਹੇ ਹਾਂ। ਅੰਦਰ ਮਨ ਜਿਹੜਾ ਉਹ ਅਧਿਆਤਮਕ ਦੀ ਦੁਨੀਆ ਦੇ ਵਿੱਚ ਵਿਚਰ ਰਿਹਾ ਤੇ ਮਨ ਦੇ ਵਿੱਚ ਕੋਈ ਭਰਮ ਆ ਗਿਆ ਤੇ ਇਹਨੇ ਵੀ ਫਿਰ ਆਪਣਾ ਸਫ਼ਰ ਰੋਕ ਦਿੱਤਾ। ਸਮਾਂ ਤਾਂ ਚੱਲੀ ਜਾਂਦਾ ਹੈ ਨਾ, ਮੌਤ ਤਾਂ ਹੋ ਹੀ ਜਾਣੀ, ਅੰਤ ਤਾਂ ਆ ਹੀ ਜਾਣਾ ਹੈ। ਮਨ ਰੁਕ ਗਿਆ ਹੈ। ਜਦੋਂ ਮਨ ਰੁਕ ਗਿਆ, ਕੋਟ ਜੋਨੀ ਬਸਨਾ ਰਾਮ। ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਮੰਜ਼ਿਲ ਤੇ ਨਹੀਂ ਪਹੁੰਚਿਆ ਤੇ ਫਿਰ ਕਰੋੜਾਂ ਜੂਨੀਆਂ ਦੇ ਵਿੱਚ ਅੱਗੇ ਵਸਣਾ ਪਏਗਾ ਜੀ। ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਪਸਮਾ ਰਾਮ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਬਿਨਾਂ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਜੇ ਕੋਈ ਮਨ ਦੇ ਵਿੱਚ ਹੋਰ ਚਾਹਨਾ ਚੱਲ ਰਹੀ ਹੈ ਤੇ ਇਹ ਇਸ ਤਰ੍ਹਾਂ ਸਮਝ ਲਓ ਵੀ ਗੰਦਗੀ ਦਾ ਕੀੜਾ ਹੈ। ਕ੍ਰਿਮ ਦਾ ਅਰਥ ਹੁੰਦਾ ਕੀੜਾ, ਬਿਸ਼ਟਾ ਦਾ ਅਰਥ ਹੁੰਦਾ ਗੰਦਗੀ। ਇਹ ਇੱਕ ਕੀੜਾ ਹੁੰਦਾ ਹੈ। ਕ੍ਰਿਮ ਦਾ ਅਰਥ ਆਪਾਂ ਕੀੜਾ ਕਰ ਦਿੰਦੇ ਹਾਂ, ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਫਰਕ ਹੁੰਦਾ। ਬਿਸ਼ਟਾ ਕ੍ਰਿਮ ਉਹ ਹੁੰਦਾ ਜਿਵੇਂ ਜ਼ਖਮ ਹੋ ਗਿਆ ਤੇ ਕਈਆਂ ਜ਼ਖਮਾਂ 'ਚ ਕੀੜੇ ਪੈ ਜਾਂਦੇ ਨੇ, ਉਹਨੂੰ ਗੰਦਗੀ ਵਾਲੀ ਥਾਂ 'ਤੇ ਕੀੜੇ ਪਏ ਨੇ। ਕਈਆਂ ਦੇ ਪੇਟ ਦੇ ਵਿੱਚ ਵੀ ਕੀੜੇ ਹੁੰਦੇ ਨੇ, ਇਹ ਹੁਣ ਗੰਦਗੀ ਵਾਲੀ ਥਾਂ 'ਤੇ ਪੇਟ ਦੇ ਅੰਦਰ ਕੀੜੇ ਪਏ ਹੋਏ ਨੇ। ਡਾਕਟਰਾਂ ਨੂੰ ਪੁੱਛ ਕੇ ਵੇਖਿਓ, ਫਿਰ ਇੱਕ ਗੋਲੀ ਦਿੰਦੇ ਨੇ, ਉਹਨਾਂ ਨਾਲ ਮਰਦੇ ਨੇ। ਇਹਨਾਂ ਨੂੰ ਬਿਸ਼ਟਾ ਕ੍ਰਿਮ ਆਖਿਆ ਜਾਂਦਾ। ਜੀ ਕਹਿ ਦਿੰਦੇ ਆ ਕੀੜੇ ਤਾਂ ਇਹ ਬਾਹਰ ਜਿਹੜੇ ਤੁਰੇ ਫਿਰਦੇ ਨੇ, ਇਹਨਾਂ ਨੂੰ ਵੀ ਆਪਾਂ ਆਖਦੇ ਹਾਂ ਭਸਮਾ ਰਾਮ। ਭਸਮ ਦਾ ਅਰਥ ਹੈ ਸੁਆਹ।
ਨਾਨਕ ਬਿਨ ਹਰ ਅਵਰ ਜੇ ਚਾਹਣਾ। ਜੇ ਸਾਡੇ ਅੰਦਰ ਪ੍ਰਭੂ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਕਿਸੇ ਪ੍ਰਕਾਰ ਦੀ ਚਾਹਣਾ ਹੈ ਤੇ ਮੰਨ ਲਓ ਅਸੀਂ ਗੰਦਗੀ ਦੇ ਕੀੜੇ ਹਾਂ। ਗੰਦਗੀ ਦੇ ਕੀੜੇ ਜਿਹੜੇ ਹੁੰਦੇ ਨੇ ਉਹ ਗੰਦਗੀ ਹੀ ਚਾਹੁੰਦੇ ਨੇ, ਉਹ ਚੰਗੀ ਚੀਜ਼ ਨਹੀਂ ਚਾਹੁੰਦੇ। ਗੰਦੀ ਨਾਲੀ ਦੇ ਵਿੱਚੋਂ ਕੀੜਾ ਕੱਢ ਕੇ ਤੇ ਇਹਨੂੰ ਸਾਫ਼ ਪਾਣੀ ਦੇ ਵਿੱਚ ਪਾ ਦਿਓ, ਨਾਲ ਦੀ ਨਾਲ ਮਰ ਜਾਏਗਾ। ਭਸਮਾ ਰਾਮ, ਇਹਨੇ ਨਾਲ ਦੀ ਨਾਲ ਮਰ ਜਾਣਾ ਜੇ ਇਸ ਨੂੰ ਚੰਗੇ ਪਾਣੀ ਦੇ ਵਿੱਚ ਪਾ ਦਿੱਤਾ ਜੀ। ਲਾਏ ਬਿਰਹੋ ਭਗਵੰਤ ਸੰਗੇ, ਹੋਏ ਮਿਲ ਬੈਰਾਗਨ ਰਾਮ। ਅੱਗੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪ੍ਰੀਤ ਨੂੰ ਲਾਉਣਾ ਕਰ, ਜਿਸ ਦੇ ਨਾਲ ਤੇਰੇ ਅੰਦਰ ਵਿਰਾਗ ਆ ਜਾਵੇ ਤੇ ਉਸ ਪ੍ਰਭੂ ਪਰਮਾਤਮਾ ਦੀ ਤੈਨੂੰ ਪ੍ਰਾਪਤੀ ਹੋ ਜਾਵੇ ਜੀ। ਚੰਦਨ ਚੀਰ ਸੁਗੰਧ ਰਸਾ, ਹੋ ਮੈਂ ਵੇਖਦੇ ਆਗਣ ਰਾਮ। ਇਹ ਬਾਹਰੀ ਸੁਗੰਧੀਆਂ ਨੇ। ਚੰਦਨ ਹੋਇਆ ਚੀਰ, ਕੱਪੜੇ ਨੂੰ ਆਖਦੇ ਨੇ ਚੰਦਨ। ਉੱਤੇ ਛਿੜਕਾਓ ਕਰਨਾ, ਚੀਰ ਸੋਹਣੇ ਸੋਹਣੇ ਕੱਪੜੇ ਪਾਣੇ, ਸੁਗੰਧ ਹੋਰ ਸੁਗੰਧੀ ਵਾਲੀਆਂ ਰਸਾ, ਇਹ ਜ਼ੁਬਾਨ ਦੇ ਨਾਲ ਖਾਣ ਵਾਲੇ ਪਦਾਰਥ। ਹਉਮੈ ਦੇ ਵਿੱਚ ਆ ਜਾਣਾ, ਬਿਖ ਇਹ ਗੰਦਗੀ ਤਿਆਗਣ ਰਾਮ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰੂ ਸਵਾਰਿਆ ਲਾਏ ਬਿਰੋ ਭਗਵੰਤ ਸੰਗੇ, ਵਾਹਿਗੁਰੂ ਦੇ ਨਾਲ ਪ੍ਰੀਤ ਲਾ, ਉਹਦੇ ਨਾਲ ਪ੍ਰੇਮ ਲਾ ਕੇ ਤੇ ਮਿਲ ਬਰਾਗਨ ਰਾਮ, ਉਸ ਪ੍ਰਭੂ ਪਰਮਾਤਮਾ ਨੂੰ ਤੂੰ ਮਿਲਣਾ ਕਰ। ਚੰਦਨ ਚੀਰ ਸੁਗੰਧ ਰਸਾ, ਹਉਮੈ ਬਿਖ ਤਿਆਗਨ ਰਾਮ। ਚੰਦਨ ਚੀਰ ਸੁਗੰਧ ਰਸਾ, ਅਸੀਂ ਆਪਣੇ ਸਰੀਰ ਨੂੰ ਸਜਾਉਣ ਦੇ ਲਈ ਅਨੇਕ ਪ੍ਰਕਾਰ ਦੀਆਂ ਜੁਗਤੀਆਂ ਤਰੀਕੇ ਵਰਤਦੇ ਹਾਂ। ਕਹਿਣ ਤੋਂ ਭਾਵ ਵੀ ਸਾਡਾ ਖਿਆਲ ਹੈ ਜਿਹੜਾ ਉਹ ਸਰੀਰ ਦੇ ਨਾਲ ਨਾ ਜੁੜੇ। ਸਾਡਾ ਖਿਆਲ ਹੈ ਜਿਹੜਾ ਉਹ ਸਰੀਰ ਦੇ ਨਾਲ ਨਾ ਜੁੜੇ। ਚੰਦਨ ਚੀਰ ਸੁਗੰਧ ਰਸਾ, ਹਉਮੈ ਬਿਖ ਤਿਆਗਨ ਰਾਮ। ਆਪ ਜੀ ਦੀ ਗਿਆਤਾ ਦੇ ਲਈ ਮੈਂ ਦੋ ਸ਼ਬਦ ਜ਼ਰੂਰ ਦੱਸਾਂਗਾ। ਬਾਣੀ ਬਾਣਾ ਪੰਥ ਪਛਾਣਾ, ਸਿੰਘ ਗੁਰੂ ਕਾ ਪੰਛੀ ਜਾਣਾ। ਬਾਣੀ ਪੜ੍ਹਦਾ ਹੋਵੇ, ਬਾਣੀ ਦੇ ਵਿੱਚ ਪਰਪੱਕ ਹੋਵੇ ਤੇ ਬਾਣੇ ਦੇ ਵਿੱਚ ਵੀ ਪਰਪੱਕ ਹੋਵੇ। ਬਾਣੀ ਪੜ੍ਹਦਾ ਹੋਵੇ ਤੇ ਬਾਣੀ ਦੇ ਵਿੱਚ ਵੀ ਪਰਪੱਕ ਹੋਵੇ, ਬਾਣੀ ਵਿੱਚ ਵੀ ਪਰਪੱਕ ਹੋਵੇ, ਇਹ ਗੁਰੂ ਦੇ ਪੰਥ ਦੀ ਪਛਾਣ ਹੈ। ਬਾਣੀ ਬਾਣਾ ਪੰਥ ਪਛਾਣਾ, ਸਿੰਘ ਗੁਰੂ ਕਾ ਪੰਛੀ ਜਾਣਾ। ਜਿਵੇਂ ਪੰਛੀ ਰਹਿੰਦਾ ਹੈ, ਇਹਦੀ ਰਹਿਤ ਫਿਰ ਇਸ ਤਰ੍ਹਾਂ ਦੀ ਹੋਵੇ। ਹੁਣ ਪੰਛੀ ਕਿਵੇਂ ਰਹਿੰਦਾ ਹੈ? ਪਰੰਦੇ ਨਾ ਗ੍ਰਹਾ ਜਰ ਦਰਖਤ ਆਬ ਆਸ ਕਰ। ਪੰਛੀ ਇਸ ਤਰ੍ਹਾਂ ਰਹਿੰਦਾ ਹੈ। ਗੁਰਬਾਣੀ ਦੱਸਦੀ ਹੈ, ਮਾਝ ਦੀ ਵਾਰ ਦੇ ਅੰਦਰ ਆਉਂਦਾ ਸ਼ਲੋਕ, ਪਰੰਦੇ ਨਾ ਗ੍ਰਹਾ ਜਰ। ਪੰਛੀ ਦੀ ਕੀ ਨਿਸ਼ਾਨੀ ਹੈ? ਪੰਛੀ ਜਿਹੜਾ ਇਹ ਕੱਲ ਦੀ ਨਹੀਂ ਸੋਚਦਾ। ਪੰਛੀ ਜਿਹੜਾ ਇਹ ਸਵੇਰੇ ਉੱਠਿਆ ਤੇ ਸ਼ਾਮ ਦੀ ਵੀ ਨਹੀਂ ਸੋਚਦਾ। ਪਰੰਦੇ ਨਾ ਗ੍ਰਹਾ ਜਰ। ਗ੍ਰਹਾ ਕਹਿੰਦੇ ਨੇ ਧਨ ਦੌਲਤ ਨੂੰ, ਜਿਹੜੀ ਸਾਡੀਆਂ ਭੜੋਲਿਆਂ ਦੇ ਵਿੱਚ ਦਾਣੇ ਪਾਏ ਗਏ ਨੇ ਨਾ, ਇਹ ਗ੍ਰਹ ਨੇ। ਤੇ ਜਰ ਕਹਿੰਦੇ ਨੇ ਪੈਸੇ ਨੂੰ। ਪੰਛੀ ਜਿਹੜਾ ਉਹ ਅਗਲੇ ਸਮੇਂ ਵਾਸਤੇ ਭੜੋਲੇ ਭਰ ਕੇ ਵੀ ਨਹੀਂ ਰੱਖਦਾ ਤੇ ਬੈਂਕ ਦੇ ਵਿੱਚ ਖਾਤੇ ਵੀ ਨਹੀਂ ਉਹਦੇ ਚੱਲਦੇ। ਪਰੰਦੇ ਨਾ ਗ੍ਰਹਾ ਜਰ ਦਰਖਤ ਆਬ ਆਸ ਕਰ। ਫਿਰ ਪੰਛੀ ਜਿਉਂਦਾ ਕਿਵੇਂ ਹੈ? ਪੰਛੀ ਨੂੰ ਦਰਖਤ ਮਿਲ ਜਾਵੇ ਤੇ ਪਾਣੀ ਮਿਲ ਜਾਵੇ, ਬਸ ਇਹ ਪੰਛੀ ਦਾ ਜਿਉਣਾ ਹੈ। ਜਿਹੜਾ ਇਸ ਤਰ੍ਹਾਂ ਜਿਉਂਦਾ ਹੈ, ਬਾਣੀ ਬਾਣਾ ਪੰਥ ਪਛਾਣਾ, ਸਿੰਘ ਗੁਰੂ ਕਾ ਪੰਛੀ ਜਾਣਾ। ਬਾਣੀ ਵਿੱਚ ਪਰਪਾਕੇ, ਬਾਣੇ ਵਿੱਚ ਪਰਪਾਕੇ, ਤੇ ਜਿਹਨੇ ਆਪਣਾ ਜੀਵਨ ਪੰਛੀ ਦੀ ਤਰ੍ਹਾਂ ਬਣਾ ਲਿਆ ਹੈ। ਜੇ ਕੋਈ ਪੁੱਛੇ ਨਾ ਕਿ ਖਾਲਸਾ ਪੰਥ ਕੀ ਹੈ, ਤੇ ਫਿਰ ਬਾਬਾ ਸ਼ੇਰ ਸਿੰਘ ਵੱਲ ਉਂਗਲ ਕਰ ਲਿਆ ਕਰੋ। ਇਹਨਾਂ ਨੇ ਆਪਣੇ ਜੀਵਨ ਨੂੰ ਇਸੇ ਤਰ੍ਹਾਂ ਹੀ ਬਣਾਇਆ ਹੋਇਆ ਹੈ। ਇਹ ਕੱਲ੍ਹ ਦੀ ਨਹੀਂ ਸੋਚਦੇ, ਨਾ ਹੀ ਇਹਨਾਂ ਨੇ ਕੋਈ ਕਿਸੇ ਤਰ੍ਹਾਂ ਦੇ ਬੈਂਕ ਵਿੱਚ ਬੈਲੈਂਸ ਬਣਾਏ ਹੋਏ ਨੇ। ਇੱਥੋਂ ਤੱਕ ਕਿ ਬਿਲਕੁਲ ਪਰੰਦੇ ਦੀ ਤਰ੍ਹਾਂ ਗੁਰੂ ਘਰ ਨੇ ਜਿਹੜੇ ਉਹ ਆਸਰੇ ਨੇ, ਤੇ ਲੰਗਰ ਜਿਹੜਾ ਉਹ ਜਲ ਪਾਣੀ ਦਾ ਆਸਰਾ ਹੈ। ਜਿੱਥੇ ਗੁਰੂ ਘਰ ਦੇ ਵਿੱਚ ਰਾਤ ਪੈ ਗਈ ਉੱਥੇ ਵਸੇਬਾ ਕਰ ਲੈਣਾ, ਜਿੱਥੇ ਜਗ੍ਹਾ ਮਿਲ ਗਈ ਉੱਥੇ ਬਹਿ ਪੈ ਜਾਣਾ ਹੈ। ਕੋਈ ਏਸੀ ਰੂਮ ਜਾਂ ਕੋਈ ਹੋਰ ਕਿਸੇ ਤਰ੍ਹਾਂ ਦਾ ਬੈੱਡ ਵੀ ਨਹੀਂ ਪਾਲਦੇ। ਪੰਛੀ ਦੀ ਵੀ ਇਸ ਤਰ੍ਹਾਂ ਹੁੰਦੇ ਨੇ, ਜੇ ਰੁੱਖ ਸੁੱਕਾ ਤੇ ਕੋਈ ਗੱਲ ਨਹੀਂ, ਆਪਾਂ ਰਾਤ ਕੱਟਣੀ ਹੈ, ਪੰਖੀ ਨੂੰ ਉੱਥੇ ਬਹਿ ਜਾਣਾ ਹੈ। ਜੇ ਉਹ ਹਰਿਆ ਭਰਿਆ ਤੇ ਭਾਈ ਫਿਰ ਵੀ ਠੀਕ ਹੈ, ਰਾਤ ਕੱਟਣੀ ਹੈ, ਬਹਿ ਜਾਣਾ ਹੈ। ਸੋ ਜੇ ਕੋਈ ਪੁੱਛੇ ਨਾ ਵੀ ਖਾਲਸਾ ਪੰਥ ਕੀ ਹੁੰਦਾ, ਤੇ ਬਾਬਾ ਸ਼ੇਰ ਸਿੰਘ ਵੱਲ ਉਂਗਲ ਕਰ ਦਿਆ ਕਰੋ। ਬਾਬਾ ਜਿਹੜਾ ਸ਼ਬਦ ਹੈ ਉਹਦੇ ਲਈ ਵਰਤਿਆ ਜਾਂਦਾ ਹੈ, ਜਿਹੜਾ ਪੰਛੀ ਹੋ ਗਿਆ। ਬਾਣੀ ਬਾਣਾ ਪੰਥ ਪਛਾਣਾ, ਸਿੰਘ ਗੁਰੂ ਕਾ ਪੰਛੀ ਜਾਣਾ। ਇਹ ਤੁਕ ਯਾਦ ਰੱਖਿਆ ਕਰੋ। ਸੋ ਇੱਥੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਲਾਏ ਬਿਰਹੋ ਬਿਹੰਗ ਸੰਗ, ਹੋਏ ਮਿਲ ਬਰਾਗਨ ਰਾਮ।
ਲਾਇ ਬਿਰੋ ਭਗਵੰਤ ਸੰਗੇ ਹੋਏ ਮਿਲ ਬੈਰਾਗਣ ਰਾਮ। ਉਸ ਪ੍ਰਭੂ ਪਰਮਾਤਮਾ ਦੇ ਨਾਲ ਤੂੰ ਬਿਰੋ ਲਾਲਾ, ਜਿਸ ਕਰਕੇ ਉਹ ਪ੍ਰਭੂ ਪਰਮਾਤਮਾ ਤੇਰੇ ਅੰਦਰ ਵਿਰਾਗ ਪੈਦਾ ਕਰ ਦਵੇ, ਤੂੰ ਦੁਨੀਆ ਨੂੰ ਛੱਡ ਦੇਵੇਂ। ਬੈਰਾਗਣ ਦਾ ਅਰਥ ਹੁੰਦਾ ਹੈ ਵਿਰਾਗੀ ਹੋ ਜਾਣਾ, ਤਿਆਗੀ ਹੋ ਜਾਣਾ, ਅਤੀਤ ਹੋ ਜਾਣਾ। ਚੰਦਨ ਚੀਰ ਸੁਗੰਧ ਰਸਾ, ਫਿਰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੀ ਲੋੜ ਨਹੀਂ ਪੈਂਦੀ। ਚੰਦਨ ਚੀਰ ਸੁਗੰਧ ਰਸਾ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ। ਕਈ ਵਾਰੀ ਹੁੰਦਾ ਹੈ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਵੀ ਨਾ ਸਾਡੇ ਅੰਦਰ ਹਉਮੈ ਬਣ ਜਾਂਦੀ। ਪਾਟੇ ਕੱਪੜੇ ਤਾਂ ਲੈ ਮੈਂ ਪਾ ਲੈਣਾ, ਹੁਣ ਬੋਰੀ ਦੇ ਪਾ ਲੈਣਾ, ਬੋਰੀ ਦੇ ਕੱਪੜੇ ਤਾਂ ਮੈਂ ਪਾ ਲੈਣਾ, ਤੁਹਾਨੂੰ ਅੱਜ ਹੀ ਪਾ ਕੇ ਵਿਖਾ ਦੇਣਾ, ਪਰ ਫਿਰ ਮੇਰੇ ਅੰਦਰ ਹਉਮੈ ਆ ਜਾਏਗੀ ਤੇ ਉਹ ਹਉਮੈ ਨੇ ਫਿਰ ਇਹ ਅਵਸਥਾ ਵੀ ਨਾਸ ਕਰ ਦੇਣੀ ਹੈ ਜਿਹੜੀ ਹੁਣ ਵਾਲੀ ਹੈ, ਇਹ ਵੀ ਨਹੀਂ ਰਹਿਣ ਦੇਣੀ। ਕਿਉਂ ਹਉਮੈ ਆ ਗਈ ਵੀ ਮੇਰੇ ਵਰਗਾ ਤਾਂ ਕੋਈ ਵੀ ਤਿਆਗੀ ਨਹੀਂ, ਮੈਂ ਪੋਰੀ ਪਾਈ ਫਿਰਦਾ, ਟੈਰੀ ਕਾਰਡ ਪਾਈ ਫਿਰਦੇ ਨੇ, ਆ ਗਈ ਨਾ ਹਉਮੈ। ਚੰਦਨ ਚੀਰ ਸੁਗੰਧ ਰਸਾ, ਇਹਨਾਂ ਚੀਜ਼ਾਂ ਦੀ ਲੋੜ ਨਹੀਂ ਰਹਿੰਦੀ। ਹਉਮੈ ਬਿਖ ਤਿਆਗਣ ਰਾਮ, ਤੇ ਫਿਰ ਇਹ ਚੀਜ਼ਾਂ ਛੱਡ ਕੇ ਹਉਮੈ ਵੀ ਨਹੀਂ ਆਉਂਦੀ ਵੀ ਇਹੀ ਸਾਰਾ ਕੁਝ ਛੱਡਿਆ ਹੋਇਆ ਹੈ। ਕਈਆਂ ਨੇ ਛੱਡਿਆ ਹੋਵੇ ਨਾ, ਉਹ ਫਿਰ ਦੂਜੇ ਨੂੰ ਕਹਿੰਦੇ ਲੈ ਤੂੰ ਸੁਗੰਧੀ ਲਾਈ ਫਿਰਦਾ ਹੈ, ਕਿਉਂ ਕਿ ਇਹਨੂੰ ਇਹ ਪਤਾ ਲੱਗੇ ਵੀ ਮੈਂ ਨਹੀਂ ਲਾਂਦਾ। ਇਹ ਬੜੀ ਔਖੀ ਚੀਜ਼ ਹੈ। ਇਹ ਸੰਸਾਰ ਦੇ ਅੰਦਰ ਜਿਹੜੀ ਹਉਮੈ ਛੱਡਣੀ ਹੈ, ਜਿਹੜਾ ਜਿਉਣਾ ਨਾ, ਇਹ ਬੜਾ ਔਖਾ ਹੈ। ਮੈਂ 20 ਨੂੰ ਵੇਖਿਆ, ਤੂੰ ਟੈਰੀ ਕਾਟ ਪਾਈ ਫਿਰਦਾ ਹੈ, ਕਿਉਂ? ਕਿਉਂਕਿ ਮੈਂ ਖੱਦਰ ਪਾਇਆ, ਤੂੰ ਖੱਦਰ ਕਿਉਂ ਨਹੀਂ ਪਾਇਆ? ਤੂੰ ਵੀ ਖੱਦਰ ਪਾ। ਇਹਨੂੰ ਪਤਾ ਲੱਗੇ ਵੀ ਮੈਂ ਖੱਦਰ ਪਾਣਾ, ਤੇ ਲੋਕਾਂ ਨੂੰ ਇਹ ਪਤਾ ਲੱਗੇ ਬਾਬਾ ਗਿਆਨੀ ਜੀ ਨੇ ਖੱਦਰ ਪਾਇਆ ਤੇ ਇਹਨੇ ਨੇ 10 ਨੂੰ ਹੋਰ ਨੂੰ ਖੱਦਰ ਪਵਾ ਦਿੱਤਾ ਹੈ। ਇਹ ਕੀ ਇਹ ਹਉਮੈ ਹੈ ਵੀ ਲੋਕਾਂ ਨੂੰ ਪਤਾ ਲੱਗੇ ਵੀ ਇਹ ਖੱਦਰ ਪਾਉਂਦੇ ਤੇ ਆਪ ਵੀ ਖੱਦਰ ਪਾਉਂਦੇ ਆ। ਚੰਦਨ ਚੀਰ ਸੁਗੰਧ ਰਸਾ, ਹਉਮੈ ਬਿਖ ਤਿਆਗਣ ਰਾਮ, ਇਹਨਾਂ ਨੂੰ ਛੱਡਣਾ ਕਰ ਪਾਈ। ਈਤ ਊਤ ਨ ਡੋਲੀਐ, ਹਰ ਸੇਵਾ ਜਾਗਣ ਰਾਮ। ਈਤ ਕਹਿੰਦੇ ਨੇ ਇਸ ਲੋਕ ਨੂੰ, ਊਤ ਕਹਿੰਦੇ ਨੇ ਉਸ ਲੋਕ ਨੂੰ, ਨਹਿ ਡੋਲੀਏ, ਇਹ ਨਹੀਂ ਡੋਲੇਗਾ। ਫਿਰ ਇਹਦਾ ਮਨ ਕਦੇ ਵੀ ਡਾਵਾਂ ਡੋਲ ਨਹੀਂ ਹੋਏਗਾ। ਹਰ ਸੇਵਾ ਜਾਗਣ ਰਾਮ, ਇਹ ਹਰੀ ਪਰਮਾਤਮਾ ਵਾਹਿਗੁਰੂ ਦੀ ਸੇਵਾ ਦੇ ਵਿੱਚ ਜਾਗ ਗਿਆ ਹੈ। ਜਾਗਣ ਤੋਂ ਭਾਵ ਵੀ ਸੁਰਤ ਆ ਗਈ, ਇਸ ਨੂੰ ਗਿਆਨ ਆ ਗਿਆ ਹੈ ਜੀ। ਨਾਨਕ ਜਿਨ ਪ੍ਰਭ ਪਾਇਆ ਆਪਣਾ, ਸਾ ਅਟਲ ਸੁਹਾਗਣ ਰਾਮ। ਧੰਨ ਗੁਰੂ ਜੀ ਆਖਰੀ ਤੁਕ ਦੇ ਵਿੱਚ ਕਿਰਪਾ ਕਰਦੇ ਨੇ, ਜਿਨ੍ਹਾਂ ਗੁਰੂ ਸਵਾਰਿਆਂ ਨੇ ਆਪਣੇ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਕਰ ਲਈ ਹੈ, ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ, ਉਹ ਅਟਲ ਹੋ ਗਏ ਨੇ। ਭਾਵ ਉਹ ਹੁਣ ਡੋਲਦੇ ਨਹੀਂ। ਸੁਹਾਗਣ ਰਾਮ, ਸੁਹਾਗਣ ਦਾ ਅਰਥ ਗੁਰਬਾਣੀ ਦੇ ਅੰਦਰ ਪ੍ਰਾਪਤੀ ਵਾਲਾ ਹੈ। ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਵਾਲੇ ਅਟਲ ਹੋ ਗਏ ਨੇ। ਕਦੇ ਵੀ ਉਹ ਟਲਦੇ ਨਹੀਂ, ਡਾਵਾਂ ਡੋਲ ਨਹੀਂ ਹੁੰਦੇ, ਇੱਧਰ ਉੱਧਰ ਡਿੱਗਦੇ ਨਹੀਂ, ਕਿਉਂਕਿ ਉਹਨਾਂ ਦੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਗਈ। ਜਿਨ ਪ੍ਰਭ ਪਾਇਆ ਆਪਣਾ, ਸਾਡਾ ਆਪਣਾ ਪ੍ਰਭੂ ਪਰਮਾਤਮਾ ਹੈ, ਤੇ ਜਿਨ੍ਹਾਂ ਨੇ ਪ੍ਰਾਪਤੀ ਕਰ ਲਈਏ ਉਹਨਾਂ ਤੇ ਗੁਰੂ ਦੀ ਰਹਿਮਤ ਕਿਰਪਾ ਹੋ ਗਈ ਹੈ, ਸਦਾ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ, ਸਦੀਵੀ ਪ੍ਰਾਪਤੀ ਵਾਲੇ ਰਹਿੰਦੇ ਨੇ। ਇਸ ਦੇ ਨਾਲ ਹੀ ਧੰਨ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਸੰਪੰਨ ਹੋਇਆ। ਇੱਕ ਸ਼ਬਦ ਹੋਰ ਹੈ ਗੁਰੂ ਅਰਜਨ ਦੇਵ ਜੀ ਦਾ, ਉਸ ਤੋਂ ਉਪਰੰਤ ਫਿਰ ਵਾਰ ਹੈ ਬਲਾਵਲ ਦੀ, ਉਹ ਚੱਲੇਗੀ। ਅੱਜ ਦੇ ਲਈ ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਦੇਹੋ ਸੱਜਣ ਆਸੀਸੜੀਆ, ਜੋ ਹੋਏ ਸਹਿਬ ਸਿਉ ਮੇਲ।